ਵਿਰਾਸਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਅਰਸ਼ ਸਿੱਧੂ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਜੁੜ ਚੁੱਕੇ ਹੋ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਨਾਲ। ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਨੇ ਲਾਪਰੀ ਸੰਧੂ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਕੀ ਕਹਿੰਦੇ ਜੀ ਪੰਜਾਬ ਦਾ ਮੌਸਮ? ਪੰਜਾਬ ਦੇ ਮੌਸਮ ਦੀ ਜੇਕਰ ਹਾਲ ਬਿਆਨੀ ਕਰੀਏ ਤਾਂ ਪੰਜਾਬ ਦੇ ਵਿੱਚ ਲੰਘੇ ਦਿਨ ਜਿਹੜਾ ਮੌਸਮ ਹੈ ਉਹ ਠੀਕ ਠਾਕ ਰਿਹਾ, ਪਰ ਜਿਸ ਹਿਸਾਬ ਦੇ ਨਾਲ ਪਿਛਲੇ 3-4 ਦਿਨਾਂ ਤੋਂ ਪੰਜਾਬ ਦੇ ਵਿੱਚ ਮੀਂਹ ਹਨੇਰੀ ਜਾਂ ਮੈਂ ਕਹਿਣਾ ਵੀ ਝੱਖੜ ਆ ਰਿਹਾ, ਉਸ 'ਤੇ ਅੰਦਾਜ਼ਾ ਲਗਾਇਆ ਜਾ ਰਿਹਾ। ਤੇ ਮੌਸਮ ਵਿਭਾਗ ਨੇ ਕਿਹਾ ਵੀ ਬੁੱਧਵਾਰ ਨੂੰ ਛੱਡ ਕੇ ਜਿਸ ਹਿਸਾਬ ਦੇ ਨਾਲ ਬੁੱਧਵਾਰ ਨੂੰ ਦਿਨ ਸਾਫ਼ ਤੇ ਸਹੀ ਰਹਿਣਾ, ਉਸ ਤੋਂ ਬਾਅਦ ਵੀਰਵਾਰ ਨੂੰ ਸ਼ਾਮ ਨੂੰ ਫਿਰ ਉਸੇ ਤਰ੍ਹਾਂ ਹੀ ਜਿਹੜਾ ਮੀਂਹ ਹਨੇਰੀ ਆਊਗੀ। ਤੇ ਉਹਨਾਂ ਨੇ ਕਿਸਾਨਾਂ ਨੂੰ ਵੀ ਇਹ ਮੰਗ ਕੀਤੀ ਹੈ ਵੀ ਜਿਹੜੀਆਂ ਆਪਦੀਆਂ ਫਸਲਾਂ ਉਹਨਾਂ 'ਤੇ ਧਿਆਨ ਰੱਖਣ, ਕਿਉਂਕਿ ਇਸ ਵਾਰ ਉਹਨਾਂ ਨੇ ਪਹਿਲਾਂ ਹੀ ਜਿਹੜੀ ਜਾਣਕਾਰੀ ਇਹ ਦੇ ਦਿੱਤੀ ਤੇ ਉਹਨਾਂ ਨੇ ਕਿਹਾ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਵਿੱਚ ਹਨੇਰੀ ਜਿਹੜੀ ਪੂਰੀ ਝੱਖੜ ਆਉਣ ਦੀ ਸੰਭਾਵਨਾ ਹੈਗੀ ਹੈ। ਤੇ ਜੇਕਰ ਮੈਂ ਰੈਕਟਰ ਪੈਮਾਨੇ ਦੀ ਗੱਲ ਕਰਾਂ ਤਾਂ ਉਹਨਾਂ ਨੇ ਕਿਹਾ ਵੀ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਜਿਹੜੀ ਇਹ ਹਨੇਰੀ ਚੱਲ ਸਕਦੀ ਹੈ। ਵੀਰਵਾਰ ਤੋਂ ਬਾਅਦ ਇਸੇ ਤਰ੍ਹਾਂ ਜਿਹੜਾ ਮੌਸਮ ਉਹ ਫਿਰ ਬਣ ਸਕਦਾ ਹੈ ਜੀ। ਕਾਫੀ ਆਪਾਂ ਅੱਗੇ ਵੀ ਗੱਲ ਕੀਤੀ ਸੀ ਵੀ ਕਿਸਾਨਾਂ ਲਈ ਇਹ ਬਹੁਤ ਹੀ ਆਪਾਂ ਕਹਿ ਸਕਦੇ ਮੁਸ਼ਕਿਲ ਘੜੀ ਹੈ, ਕਿਉਂਕਿ ਉਹਨਾਂ ਦੀਆਂ ਜਿਹੜੀਆਂ ਹੁਣ ਕਣਕਾਂ ਦੀਆਂ ਜਿਹੜੀਆਂ ਫਸਲਾਂ ਨੇ ਉਹ ਪੂਰੀਆਂ ਉੱਭਰ ਕੇ ਬਾਹਰ ਆ ਚੁੱਕੀਆਂ ਨੇ। ਜਿਹੜਾ ਆਪਾਂ ਕਹਿ ਸਕਦੇ ਵੰਡੀ ਵੀ ਆ ਗਈ ਹੈ ਤੇ ਉਸ ਦੇ ਨਾਲ ਜਿਸ ਹਿਸਾਬ ਦੇ ਨਾਲ ਮੌਸਮ ਬਣਿਆ ਹੋਇਆ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਤੇ ਇਸ ਦੇ ਨਾਲ ਨਾਲ ਮੰਗਲਵਾਰ ਰਾਤ 10:20 ਤੇ ਭੁਚਾਲ ਆਇਆ ਜੀ, ਜਿਹੜਾ ਉੱਤਰੀ ਭਾਰਤ ਦੇ ਕੁਝ ਕੁ ਹਿੱਸਿਆਂ ਦੇ ਵਿੱਚ ਆਇਆ, ਚਾਹੇ ਉਹ ਹਰਿਆਣਾ, ਚਾਹੇ ਉਹ ਪੰਜਾਬ ਹੈ, ਚਾਹੇ ਉਹ NRI ਦਿੱਲੀ ਹੈ ਤੇ ਚਾਹੇ ਜੰਮੂ ਕਸ਼ਮੀਰ ਹੈ। ਤੇ ਕਾਫੀ ਇਸ ਦੇ ਨਾਲ ਜਿਹੜੇ ਲੋਕ ਨੇ ਪ੍ਰਭਾਵਿਤ ਹੋਏ ਨੇ। ਕਈ ਥਾਈਂ ਜੇਕਰ ਮੈਂ ਗੱਲ ਕਰਾਂ ਤਾਂ ਕੁਝ ਜਿਹੜੀਆਂ ਘਟਨਾਵਾਂ ਵੀ ਵਾਪਰੀਆਂ ਇਸ ਭੁਚਾਲ ਦੇ ਨਾਲ, ਤੇ ਜਿਹੜੇ ਲੋਕ ਨੇ ਇਸ ਭੁਚਾਲ ਤੋਂ ਕਾਫੀ ਡਰੇ ਮਹਿਸੂਸ ਹੋ ਰਹੇ ਨੇ। ਜੀ ਜੀਵਨ ਦੀ ਹਰੇਕ ਘਟਨਾ ਇੱਕ ਸਿਖਲਾਈ ਵਾਂਗ ਹੈ। ਜਦੋਂ ਸਾਡੀ ਜ਼ਿੰਦਗੀ ਵਿੱਚ ਕੀ ਹੈ, ਕੋਈ ਨਾ ਕੋਈ ਘਟਨਾ ਜਿਹੜੀ ਉਹ ਵਾਪਰਦੀ ਰਹਿੰਦੀ ਹੈ ਤੇ ਸਾਨੂੰ ਕੀ ਹੈ ਉਹਦੇ ਤੋਂ ਕੁਛ ਨਾ ਕੁਛ ਸਿੱਖਣਾ ਵੀ ਚਾਹੀਦਾ। ਉਹ ਇੱਕ ਸਾਡੇ ਲਈ ਇੱਕ ਸਿਖਲਾਈ ਦਾ ਸਾਧਨ ਹੀ ਹੁੰਦੀ ਹੈ। ਜੇ ਅਸੀਂ ਉਹ ਚੀਜ਼ ਤੋਂ ਸਿੱਖਦੇ ਹਾਂ ਤਾਂ ਅਸੀਂ ਕੀ ਉਹ ਚੀਜ਼ ਨੂੰ ਦੁਬਾਰਾ ਨਹੀਂ ਕਰਦੇ, ਪਰ ਜੇ ਅਸੀਂ ਉਹ ਚੀਜ਼ ਤੋਂ ਕੁਝ ਵੀ ਨਹੀਂ ਸਿੱਖਦੇ ਤੇ ਅੱਗੇ ਲੰਘ ਜਾਂਦੇ ਹਾਂ ਤਾਂ ਅਸੀਂ ਕੀ ਉਹ ਆਪਦੀ ਜ਼ਿੰਦਗੀ ਦੇ ਵਿੱਚ ਉਹ ਘਟਨਾ ਦੁਬਾਰੀ ਤੋਂ ਕਰ ਸਕਦੇ ਹਾਂ। ਇਹਦੇ ਨਾਲ ਕੀ ਹੈ, ਜੇ ਸਾਨੂੰ ਕੋਈ ਇਸ ਘਟਨਾ ਬਾਰੇ ਜਾਂ ਕਿਸੇ ਵੀ ਚੀਜ਼ ਬਾਰੇ ਕੋਈ ਸੁਝਾਅ ਦਿੰਦਾ ਤਾਂ ਉਹ ਸਾਨੂੰ ਲੈ ਲੈਣਾ ਚਾਹੀਦਾ, ਕਿਉਂਕਿ ਕਈ ਲੋਕ ਕੀ ਹੁੰਦੇ ਆ ਨਾ, ਉਹ ਸਮਝਦੇ ਆ ਵੀ ਇਹ ਜ਼ਿਆਦਾ ਸਮਝਦਾਰ ਹੈ ਕਿਤੇ ਸਾਥੋਂ, ਪਰ ਕਦੇ ਵੀ ਇਹ ਨਹੀਂ ਹੁੰਦਾ। ਹੋ ਸਕਦਾ ਵੀ ਉਹਨੇ ਆਪਣੇ ਨਾਲੋਂ ਜ਼ਿਆਦਾ ਗਲਤੀਆਂ ਕੀਤੀਆਂ ਹੋਣ ਤੇ ਉਹ ਆਪਾਂ ਨੂੰ ਇਸ ਕਰਕੇ ਉਹ ਸਮਝਾ ਰਿਹਾ ਹੋਵੇ, ਤਾਂ ਸਾਨੂੰ ਕੀ ਉਹ ਸੁਝਾਅ ਹੁੰਦੇ ਜਿਹੜੇ ਉਹ ਲੈ ਲੈਣੇ ਚਾਹੀਦੇ। ਇਹ ਤੋਂ ਬਾਅਦ ਚ ਉਹ ਸਾਡੀ ਮਰਜ਼ੀ ਹੁੰਦੀ ਹੈ ਵੀ ਅਸੀਂ ਉਹਨਾਂ ਤੇ ਅਮਲ ਕਰਨਾ ਜਾਂ ਨਹੀਂ ਕਰਨਾ। ਦੇਖੋ ਅਰਜੀ, ਜਿਵੇਂ ਤੁਸੀਂ ਕਿਹਾ ਵੀ ਘਟਨਾਵਾਂ ਜ਼ਿੰਦਗੀ ਦੇ ਵਿੱਚ ਆਮ ਤੌਰ ਤੇ ਹੁੰਦੀਆਂ ਨੇ, ਉਸ ਤੋਂ ਸਿੱਖਣਾ ਨਾ ਸਿੱਖਣਾ ਇੱਕ ਆਮ ਇਨਸਾਨ ਦੀ ਇੱਛਾ ਹੈਗੀ ਆ ਵੀ ਉਹਨੇ ਜੇਕਰ ਘਟਨਾਵਾਂ ਤੋਂ ਕੁਝ ਸਿੱਖਣਾ ਤਾਂ ਸਿੱਖ ਵੀ ਸਕਦਾ, ਤੇ ਜੇਕਰ ਉਹਨੇ ਨਹੀਂ ਸਿੱਖਣਾ ਤਾਂ ਨਹੀਂ ਵੀ ਸਿੱਖ ਸਕਦਾ। ਇਹ ਆਪਣੇ ਤੇ ਡਿਪੈਂਡ ਕਰਦਾ। ਪਰ ਕਈ ਵਾਰੀ ਕੀ ਹੁੰਦਾ ਨਾ, ਇਨਸਾਨ ਕੀ ਸੋਚਦਾ, ਉਹ ਕਹਿੰਦਾ ਵੀ ਜੇਕਰ ਇਹ ਘਟਨਾ ਹੋਈ ਹੈ, ਜੇਕਰ ਮੇਰੀ ਜ਼ਿੰਦਗੀ ਦੇ ਵਿੱਚ ਇਹ ਕੁਝ ਵਾਪਰਿਆ ਤਾਂ ਹੋ ਸਕਦਾ ਕੁਦਰਤੀ ਵਾਪਰ ਗਿਆ ਹੋਵੇ। ਉਹ ਉਹਨਾਂ ਚੀਜ਼ਾਂ ਨੂੰ ਇਸ ਤਰ੍ਹਾਂ ਨਹੀਂ ਲੈਂਦਾ। ਆਪਾਂ ਕਈ ਵਾਰੀ ਦੇਖਿਆ ਉਹ ਇਨਸਾਨ ਕਾਫੀ ਚੀਜ਼ਾਂ ਨੂੰ, ਚਾਹੇ ਉਹ ਤਕਲੀਫਾਂ ਚਾਹੇ ਉਹ ਮੁਸ਼ਕਲਾਂ, ਉਹਨਾਂ ਨੂੰ ਇਸ ਤਰੀਕੇ ਨਾਲ ਨਹੀਂ ਲੈਂਦੇ ਵੀ ਹਾਂ ਇਹ ਸਾਡੇ ਤੇ ਕਿਉਂ ਆਈਆਂ, ਉਹਨੂੰ ਪੋਜ਼ਿਟਿਵ ਵੇ ਦੇ ਨਾਲ ਲੈਂਦੇ ਆ ਵੀ ਜੇ ਸਾਡੇ ਤੇ ਆਈਆਂ ਤੇ ਅਸੀਂ ਇਸ ਤੋਂ ਕੁਝ ਸਿੱਖੀਏ, ਵੀ ਜੇਕਰ ਇਹ ਕੱਲ ਨੂੰ ਕਿਸੇ ਹੋਰ ਤੇ ਆਉਂਦੀਆਂ, ਜਾਕਰ ਸਾਡੇ ਪਰਿਵਾਰ ਦੇ ਵਿੱਚ ਕਿਸੇ ਤੇ ਆਉਂਦੀਆਂ ਤੇ ਆਪਾਂ ਨੂੰ ਦੱਸ ਸਕੀਏ ਵੀ ਤੁਸੀਂ ਇਸ ਦੇ ਨਾਲ ਕਿਵੇਂ ਨਜਿੱਠ ਸਕਦੇ ਹੋ, ਤੁਸੀਂ ਇਸ ਦਾ ਹੱਲ ਕਿਵੇਂ ਕਰ ਸਕਦੇ ਹੋ। ਤੇ ਦੂਜੇ ਪਾਸੇ ਕਈ ਲੋਕ ਇਹੋ ਜਿਹੇ ਹੁੰਦੇ ਨੇ, ਉਹਨਾਂ ਘਟਨਾਵਾਂ ਤੋਂ ਕਾਫੀ ਡਰ ਜਾਂਦੇ ਨੇ, ਜਾਂ ਮੈਂ ਕਹਿ ਲਾ ਵੀ ਨੈਗੇਟਿਵਿਟੀ ਉਹਨਾਂ ਦੇ ਅੰਦਰ ਬਹੁਤ ਜ਼ਿਆਦਾ ਆ ਜਾਂਦੀ ਆ। ਫਿਰ ਉਹ ਸੋਚਦੇ ਨੇ ਵੀ ਜੇਕਰ ਇਹੋ ਜਿਹੀਆਂ ਘਟਨਾਵਾਂ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਦੋ ਹੋਰ ਆ ਗਈਆਂ ਤਾਂ ਸਾਡਾ ਕੀ ਬਣੂ, ਜਾਂ ਸਾਡੇ ਨਾਲ ਕੀ ਹੋਊਗਾ। ਇਸ ਤੋਂ ਆਪਾਂ ਕਈ ਵਾਰੀ ਦੇਖਦੇ ਨਾ, ਅਗਲਾ ਕਹਿੰਦਾ ਵੀ ਇਸ ਤੋਂ ਮਾੜਾ ਸਾਡੇ ਨਾਲ ਕੀ ਹੋ ਸਕਦਾ, ਵੀ ਇੰਨੀ ਸਾਡੇ ਤੇ ਮੁਸ਼ਕਿਲ ਆ ਚੁੱਕੀ ਹੈ, ਇਸ ਤੋਂ ਮਾੜਾ ਕੀ ਹੋ ਸਕਦਾ। ਪਰ ਆਪਾਂ ਇਹ ਨਹੀਂ ਨਾ ਅੰਦਾਜ਼ਾ ਲਾ ਸਕਦੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਕਿੱਡਾ ਵੱਡਾ ਦੁੱਖ ਆ ਸਕਦਾ, ਕਿੱਡੀ ਵੱਡੀ ਮੁਸ਼ਕਿਲ ਦੇ ਵਿੱਚ ਪੈ ਸਕਦਾ। ਸੋ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਕਿਸੇ ਵੀ ਚੀਜ਼ ਤੋਂ ਸਿੱਖਣ ਲਈ ਉਜਾਗਰ ਹੋਣਾ ਪਊਗਾ। ਜਿੰਨਾ ਚਿਰ ਤੁਸੀਂ ਸਿੱਖਦੇ ਰਹਿੰਦੇ ਹੋ ਉਹਨਾਂ ਚਿਰ ਜਿਹੜੀਆਂ ਮੁਸ਼ਕਿਲਾਂ ਤੁਹਾਡੀਆਂ ਘਟਦੀਆਂ ਜਾਣਗੀਆਂ, ਕਿਉਂਕਿ ਜਿਵੇਂ ਜਿਵੇਂ ਆਪਣੇ ਕੋਲ ਗਿਆਨ ਹੁੰਦਾ ਜੋ ਆਪਾਂ ਮੁਸ਼ਕਿਲਾਂ ਨੂੰ ਹੈਂਡਲ ਵੀ ਕਰ ਸਕਦੇ ਹਾਂ, ਆਪਾਂ ਉਹਨਾਂ 'ਤੇ ਕੰਮ ਵੀ ਕਰ ਸਕਦੇ ਹਾਂ। ਪਰ ਜਿੰਨਾ ਚਿਰ ਆਪਾਂ ਸਿੱਖਣਾ ਨਹੀਂ ਨਾ ਸ਼ੁਰੂ ਕਰਦੇ, ਫਿਰ ਆਪਣੇ ਕੋਲ ਮੁਸ਼ਕਿਲ ਚਾਹੇ ਛੋਟੀ ਹੈ ਚਾਹੇ ਵੱਡੀ ਹੈ, ਉਹ 'ਤੇ ਆਪਾਂ ਕੰਮ ਨਹੀਂ ਕਰ ਸਕਦੇ। ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਆਪਾਂ ਲੋਕਾਂ ਨੂੰ ਕਿਵੇਂ ਦੱਸਾਂਗੇ ਵੀ ਤੁਸੀਂ ਇਸ ਤੇ ਕੀ ਕਰ ਸਕਦੇ ਹੋ, ਜਾਂ ਜੇਕਰ ਆਪਣੇ ਤੇ ਦੁਬਾਰਾ ਉਹੋ ਜਿਹੀ ਮੁਸ਼ਕਲ ਆਉਂਦੀ ਤਾਂ ਫਿਰ ਉਦੋਂ ਆਪਾਂ ਕੀ ਕਰਾਂਗੇ, ਜੇਕਰ ਆਪਾਂ ਕੁਝ ਸਿੱਖਿਆ ਨਹੀਂ ਹੋਊਗਾ। ਸੋ ਆਪਾਂ ਨੂੰ ਹਮੇਸ਼ਾ ਜਿਹੜੀ ਸਿੱਖਣ ਦੀ ਪ੍ਰਕਿਰਿਆ ਉਹ ਚੱਲਦੀ ਰਹਿਣੀ ਚਾਹੀਦੀ ਆ, ਕਿਉਂਕਿ ਜ਼ਿੰਦਗੀ ਦਾ ਨਾਮ ਹੀ ਸਿੱਖਣਾ ਹੀ ਹੈ ਨਾ ਜੀ। ਜ਼ਿੰਦਗੀ ਦੇ ਵਿੱਚ ਜੇਕਰ ਆਪਾਂ ਆਏ ਹਾਂ ਤੇ ਆਪਾਂ ਸਿੱਖਣ ਲਈ ਆਏ ਹਾਂ। ਦੇਖੋ ਲਾਪ੍ਰੀਤ, ਕੋਈ ਵੀ ਜਿਹੜੀ ਮੁਸ਼ਕਿਲ ਹੁੰਦੀ ਆ ਉਹ ਕਦੇ ਵੀ ਵੱਡੀ ਨਹੀਂ ਹੁੰਦੀ। ਵੱਡੀ ਉਹ ਤਾਂ ਹੋ ਜਾਂਦੀ ਹੈ ਜਦੋਂ ਅਸੀਂ ਕੀ ਉਹਦਾ ਹੱਲ ਲੱਭਣ ਦੀ ਬਜਾਏ ਉਹਨੂੰ ਕੀ ਇੱਕ ਬੋਝ ਮੰਨ ਕੇ ਬੈਠ ਜੰਨੇ ਆ। ਜਦੋਂ ਅਸੀਂ ਇਸ ਚੀਜ਼ ਦਾ ਹੱਲ ਲੱਭਾਂਗੇ ਤਾਂ ਕਦੇ ਵੀ ਜਿਹੜੀ ਮੁਸ਼ਕਿਲ ਆ ਉਹ ਵੱਡੀ ਨਜ਼ਰ ਨਹੀਂ ਆਊਗੀ। ਜੀ ਬਿਲਕੁਲ। ਤੇ ਜੇਕਰ ਮੈਂ ਅਗਲੇ ਵਿਚਾਰ ਦੀ ਗੱਲ ਕਰਾਂ, ਗਿਆਨ ਤੋਂ ਵੱਡਾ ਕੋਈ ਹਥਿਆਰ ਨਹੀਂ ਹੁੰਦਾ।
ਤੇ ਜਦੋਂ ਇਹ ਹਥਿਆਰ ਕਿਸੇ ਦੇ ਹੱਥ ਆ ਜੇ ਤਾਂ ਫਿਰ ਆਟੋਮੈਟਿਕ ਜਿਹੜਾ ਬੌਣਿਆਂ ਦਾ ਖਹਿੜਾ ਉਹ ਛੱਡ ਦਿੰਦਾ ਜੀ। ਮੇਰੇ ਕਹਿਣ ਦਾ ਭਾਵ ਵੀ ਜਦੋਂ ਕਿਸੇ ਕੋਲੇ ਗਿਆਨ ਆ ਜੇ, ਗਿਆਨ ਦਾ ਭਾਵ ਇਹ ਨਹੀਂ ਹੁੰਦਾ ਵੀ ਤੁਹਾਡੇ ਕੋਲੇ ਨੌਲੇਜ ਛੋਟੀ ਮੋਟੀ ਆ ਗਈ ਜਾਂ ਤੁਹਾਡੇ ਕੋਲੇ ਨੌਲੇਜ ਇਕੱਲੀ ਆ ਗਈ। ਗਿਆਨ ਦਾ ਮਤਲਬ ਇਹ ਹੈਗਾ ਵੀ ਤੁਸੀਂ ਕਿੰਨਾ ਟਾਈਮ ਪੜ੍ਹਨ ਤੇ, ਕਿੰਨਾ ਟਾਈਮ ਸਮਝਣ ਤੇ ਕਿੰਨਾ ਟਾਈਮ ਤੁਸੀਂ ਆਪਦੇ ਆਪ ਨੂੰ ਸਮਝਣ ਤੇ ਲਾਉਂਦੇ ਹੋ। ਇੱਕ ਗਿਆਨ ਉਹ ਵੀ ਚੀਜ਼ ਹੁੰਦੀ ਹੈ ਨਾ ਵੀ ਆਪਾਂ ਕਿਤਾਬਾਂ ਤੋਂ ਪੜ੍ਹਦੇ ਆ ਤੇ ਉਹਨੂੰ ਆਪਦੇ ਅੰਦਰ ਲੈ ਕੇ ਤਾਂ ਗਏ ਪਰ ਉਹਨੂੰ ਅਜ਼ਮਾਇਆ ਨਹੀਂ, ਉਹਨੂੰ ਕਿਸੇ ਨੂੰ ਦੱਸਿਆ ਨਹੀਂ ਜਾਂ ਉਹਦੀ ਆਪਾਂ ਜ਼ਰੂਰਤ ਨਹੀਂ ਪਈ ਆਪਾਂ ਨੂੰ। ਇਹ ਚੀਜ਼ਾਂ ਤੇ ਆਪਾਂ ਨੂੰ ਕੰਮ ਕਰਨ ਦੀ ਲੋੜ ਆ। ਜੇਕਰ ਆਪਣੇ ਕੋਲੇ ਗਿਆਨ ਹੈਗਾ ਤਾਂ ਉਹਨੂੰ ਵੰਡੋ, ਤੇ ਜੇਕਰ ਤੁਹਾਡੇ ਤੋਂ ਗਿਆਨ ਹੈਗਾ ਉਸ ਤੋਂ ਬਾਅਦ ਆਪਾਂ ਕਹਿ ਦਿੰਦੇ ਆ ਕਈ ਵਾਰੀ ਵੀ ਇਹ ਬੰਦਾ ਪੜ੍ਹਦਾ ਜਾਂ ਇਹਦੇ ਕੋਲੇ ਗਿਆਨ ਹੈਗਾ ਤਾਂ ਆਟੋਮੈਟਿਕ ਉਹਨਾਂ ਚੀਜ਼ਾਂ ਦਾ ਖਹਿੜਾ ਛੱਡ ਦਿੰਦਾ ਜਿਹੜੀਆਂ ਚੀਜ਼ਾਂ ਉਹਨੂੰ ਪ੍ਰਭਾਵਿਤ ਕਰਦੀਆਂ ਜਾਂ ਕਹਿ ਲਾ ਮੈਂ ਮਾੜੇ ਕੰਮ। ਜਦੋਂ ਬੰਦਾ ਪੜ੍ਹਨਾ ਸ਼ੁਰੂ ਕਰ ਦੇਣਾ ਜੀ, ਇੱਕ ਗੱਲ ਤਾਂ ਉਹਦੇ ਵਿੱਚ ਬਹੁਤ ਵੱਡੀ ਤਬਦੀਲੀ ਕਿਹੜੀ ਆਉਂਦੀ ਆ ਵੀ ਉਹ ਛੋਟੀਆਂ ਮੋਟੀਆਂ ਜਾਂ ਆਮ ਵਿਅਕਤੀ ਜਿਹੜੀਆਂ ਗੱਲਾਂ ਕਰਦੇ ਆ ਉਹਨਾਂ ਤੋਂ ਬਹੁਤ ਦੂਰ ਚਲਾ ਜਾਂਦਾ। ਉਹ ਸੋਚਦਾ ਹੈ ਵੀ ਜਿੱਥੇ ਇੱਕ ਕਿਤਾਬ ਪੜ੍ਹ ਕੇ ਆਪਾਂ ਨੂੰ ਜਿੰਨਾ ਕੁਝ ਸਮਝਣ ਨੂੰ, ਜਿੰਨਾ ਕੁਝ ਆਪਾਂ ਨੂੰ ਇੱਕ ਗਿਆਨ ਮਿਲਦਾ ਇੱਕ ਕਿਤਾਬ ਤੋਂ, ਉਦੋਂ ਬਾਅਦ ਆਪਾਂ ਕਿਤਾਬ ਤੋਂ ਕਿੱਥੋਂ ਗਿਆਨ ਲੈ ਸਕਦੇ ਹਾਂ? ਕਿਉਂਕਿ ਕਿਤਾਬ ਇੱਕ ਸਭ ਤੋਂ ਵੱਡਾ ਗਿਆਨ ਦਾ ਸੂਮਾ ਨਾ, ਜਿੰਨਾ ਚਿਰ ਆਪਾਂ ਪੜ੍ਹਦੇ ਰਹਿੰਦੇ ਉਹਨਾਂ ਚਿਰ ਆਪਾਂ ਨੂੰ ਗਿਆਨ ਆਉਂਦਾ ਰਹਿੰਦਾ। ਤੇ ਜੇਕਰ ਆਪਾਂ ਉਹੀ ਗਿਆਨ ਕਿਸੇ ਵਿਅਕਤੀ ਤੋਂ ਲੈਣਾ ਹੋਵੇ ਮੈਨੂੰ ਲੱਗਦਾ ਵੀ ਕਾਫੀ ਸਮਾਂ ਲੱਗ ਸਕਦਾ, ਕਿਉਂਕਿ ਕਿਤਾਬ ਤੋਂ ਤਾਂ ਆਪਾਂ ਇੱਕ ਵਾਰ ਜਿਹੜੀ ਉਹ ਕਿਤਾਬ ਆ ਹਫ਼ਤੇ ਦੇ ਵਿੱਚ ਪੜ੍ਹ ਕੇ ਵੀ ਗਿਆਨ ਲੈ ਸਕਦੇ ਹਾਂ। ਪਰ ਜੇਕਰ ਉਨਾ ਗਿਆਨ ਆਪਾਂ ਕਿਸੇ ਤੋਂ ਲੈਣਾ ਹੋਵੇ ਤਾਂ ਫਿਰ ਆਪਾਂ ਨੂੰ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਉੱਭਰਨਾ ਪਊਗਾ, ਲੋਕਾਂ ਦੇ ਵਿੱਚ ਜਾਣਾ ਪਊਗਾ, ਉਨਾ ਗਿਆਨ ਇਕੱਠਾ ਕਰਨ ਵਾਸਤੇ ਉਹੋ ਜਿਹੀ ਸੰਗਤ ਦੇ ਵਿੱਚ ਜਾਣਾ ਪਊਗਾ। ਤੇ ਫਿਰ ਸਭ ਤੋਂ ਸੌਖਾ ਤਰੀਕਾ ਕੀ ਆ? ਗਿਆਨ ਜਿਹੜਾ ਉਹ ਕਿਤਾਬਾਂ ਦਾ ਗਿਆਨ ਹੈ ਜੀ। ਤਾਂ ਫਿਰ ਉਹਨਾਂ ਚੀਜ਼ਾਂ ਤੋਂ ਬਹੁਤ ਦੂਰ ਚਲਾ ਜਾਂਦਾ ਜਿਹੜੀਆਂ ਚੀਜ਼ਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਛੋਟਾ ਪੱਖ ਰੱਖਦੀਆਂ, ਜਾਂ ਮੈਂ ਕਹਿ ਲਾ ਵੀ ਜਿਹੜੀਆਂ ਚੀਜ਼ਾਂ ਉਹਦੀ ਜ਼ਿੰਦਗੀ ਦੇ ਵਿੱਚ ਫਿਰ ਘੱਟ ਅਹਿਮੀਅਤ ਰੱਖਦੀਆਂ ਨੇ। ਫਿਰ ਉਹ ਸੋਚਦਾ ਵੀ ਇਹਨਾਂ ਗੱਲਾਂ ਤੇ ਕਿਉਂ ਗੌਰ ਕਰਨੀ ਜਿਹੜੀਆਂ ਗੱਲਾਂ ਤੇ ਆਮ ਵਿਅਕਤੀ ਗੌਰ ਕਰਦੇ, ਜਿਹੜੇ ਨਹੀਂ ਪੜ੍ਹਦੇ। ਫਿਰ ਉਹ ਉਹਨਾਂ ਚੀਜ਼ਾਂ ਤੇ ਗੌਰ ਕਰਦਾ ਜਿਹੜੀਆਂ ਚੀਜ਼ਾਂ ਉਹਨੇ ਗਿਆਨ ਦੇ ਨਾਲ ਪ੍ਰਾਪਤ ਕੀਤੀਆਂ ਹੁੰਦੀਆਂ ਵੀ ਹਾਂ ਜੇਕਰ ਇਹ ਛੋਟੀ ਮੁਸ਼ਕਿਲ ਆ ਤੇ ਇਦੋਂ ਵੱਡੀ ਮੁਸ਼ਕਿਲ ਤਾਂ ਆ ਵੀ ਹੈਗੀ ਆ, ਕਿਉਂਕਿ ਉਹਨੇ ਪੜ੍ਹਿਆ ਹੁੰਦਾ, ਉਹਦੇ ਕੋਲ ਗਿਆਨ ਹੁੰਦਾ। ਸੋ ਗਿਆਨ ਹਮੇਸ਼ਾ, ਕਈ ਵਾਰੀ ਆਪਾਂ ਦੇਖਦੇ ਆ ਨਾ, ਮੈਂ ਇੱਕ ਜੇਕਰ ਫੋਟੋ ਦੀ ਗੱਲ ਕਰਾਂ ਤਾਂ ਇੱਕ ਫੋਟੋ ਦੇ ਵਿੱਚ ਦੇਖਿਆ ਗਿਆ ਵੀ ਇੱਕ ਵਿਅਕਤੀ ਸੀ, ਉਸਦੇ ਹੱਥ ਵਿੱਚ ਕਿਤਾਬ ਸੀ ਤੇ ਉਸਦੇ ਹੱਥ ਵਿੱਚ ਜਿਹੜੀ ਇੱਕ ਮੈਂ ਕਹਿੰਦਾ ਬੰਦੂਕ ਸੀ, ਉਸਨੇ ਉਹਨੂੰ ਪਾਸੇ ਰੱਖ ਕੇ ਕਿਤਾਬ ਪੜ੍ਹਨੀ ਸ਼ੁਰੂ ਕਰ ਦਿੱਤੀ ਤੇ ਕਾਫੀ ਸਮਾਂ ਉਹ ਕਿਤਾਬ ਪੜ੍ਹਦਾ ਗਿਆ ਤੇ ਹੌਲੀ ਹੌਲੀ ਜਿਹੜੀ ਉਹ ਬੰਦੂਕ ਆ ਉਹਦੇ ਹੱਥ ਤੋਂ ਪਾਰ ਹੋ ਗਈ। ਦੇਖੋ ਨਾ, ਇੱਕ ਪਾਸੇ ਤਾਂ ਆਪਾਂ ਉਹ ਬੰਦੂਕ ਜਿਹੜੀ ਆਪਾਂ ਕਹਿ ਸਕਦੇ ਵੀ ਕਿਸੇ ਵੀ ਵਿਅਕਤੀ ਕੋਲੇ ਹੁੰਦੀ ਹੈ ਜੇਕਰ ਉਹਨੇ ਚੰਗਾ ਕੰਮ ਜਾਂ ਮਾੜਾ ਕੰਮ ਕਰਨਾ, ਤੇ ਜਦੋਂ ਉਸੇ ਹੱਥ ਦੇ ਵਿੱਚ ਕਿਤਾਬ ਆ ਗਈ ਤਾਂ ਉਹਦੀ ਸੋਚਣ ਸ਼ਕਤੀ ਕਿੱਥੇ ਚਲੀ ਜਾਊ? ਉਹਦੀ ਸੋਚਣ ਸ਼ਕਤੀ ਕਿੱਥੇ ਚਲੀ ਜਾਊ? ਇੱਕ ਸਮਾਜ ਸੁਧਾਰ ਦੇ ਵਿੱਚ, ਇੱਕ ਸਮਾਜ ਦੇ ਵਿੱਚ ਚੰਗੀ ਆਪਾਂ ਕਹਿ ਸਕਦੇ ਆ ਵੀ ਚੰਗੇ ਪਾਸੇ ਉਹਨੂੰ ਲਾਉਣ ਦੇ ਵਿੱਚ, ਸਮਾਜ ਦੇ ਵਿੱਚ ਚੰਗਿਆਈ ਵਿਖਾਰਨ ਦੇ ਵਿੱਚ। ਤੇ ਆਪਾਂ ਨੂੰ ਹਮੇਸ਼ਾ ਜਿਹੜਾ ਗਿਆਨ ਆ ਉਹ ਇਕੱਠੇ ਕਰਦਾ ਰਹਿਣਾ ਚਾਹੀਦਾ ਹੈ। ਜ਼ਿੰਦਗੀ ਵਿੱਚ ਸਿੱਖਣਾ ਬਹੁਤ ਜ਼ਰੂਰੀ ਹੈ। ਜਿੰਨਾ ਚਿਰ ਆਪਾਂ ਸਿੱਖਦੇ ਰਹਿੰਦੇ ਹਾਂ ਉਨਾ ਚਿਰ ਹੀ ਆਪਾਂ ਇੱਕ ਦੂਜੇ ਦੇ ਵੱਲ ਆਕਰਸ਼ਿਤ ਹੁੰਦੇ ਹਾਂ। ਆਕਰਸ਼ਿਤ ਕਹਿਣ ਦਾ ਭਾਵ ਵੀ ਇੱਕ ਦੂਜੇ ਦੇ ਵੱਲ ਆਪਾਂ ਨੂੰ ਪਤਾ ਲੱਗਦਾ ਵੀ ਆਹ ਬੰਦਾ ਕਿੰਨਾ ਕੁ ਕੰਮ ਕਰਦਾ ਜਾਂ ਸਮਾਜ ਦੇ ਵਿੱਚ ਇਹਦੀ ਕੀ ਦੇਣਾ। ਜਿੰਨਾ ਚਿਰ ਆਪਾਂ ਨੂੰ ਪਤਾ ਨਹੀਂ ਨਾ, ਆਪਾਂ ਨੂੰ ਖੁਦ ਨਹੀਂ ਪਤਾ ਵੀ ਆਪਾਂ ਸਮਾਜ ਦੇ ਵਿੱਚ ਕਿਹੜੀਆਂ ਚੰਗੀਆਂ ਕੰਮ ਕਰ ਸਕਦੇ ਆ, ਫਿਰ ਉਹਨਾਂ ਚਿਰ ਆਪਾਂ ਕਿਸੇ ਦੇ ਕਿਵੇਂ ਅੰਦਾਜ਼ਾ ਲਾ ਸਕਦੇ ਵੀ ਇਹ ਬੰਦਾ ਜਿਹੜਾ ਸਮਾਜ ਦੇ ਵਿੱਚ ਚੰਗਾ ਕੰਮ ਕਰਦਾ ਜੀ। ਲਾਪਰੀ ਤੋਂ ਕਹਿੰਦੇ ਆ ਨਾ ਕਿ ਜਿਹੜਾ ਗਿਆਨ ਹੁੰਦਾ ਉਹ ਵੰਡਣ ਨਾਲ ਹੀ ਵੱਧਦਾ ਹੈ। ਜੇ ਸਾਡੇ ਕੋਲ ਗਿਆਨ ਹੈ ਅਸੀਂ ਉਹਨੂੰ ਵੰਡਾਂਗੇ ਤਾਂ ਹੀ ਉਹ ਵਧੂਗਾ, ਪਰ ਜੇ ਅਸੀਂ ਉਹਨੂੰ ਆਪਦੇ ਦਿਮਾਗ 'ਚ ਹੀ ਸਿਰਫ ਰੱਖਾਂਗੇ ਤੇ ਕਿਸੇ ਨੂੰ ਦੇਵਾਂਗੇ ਨਾ ਤਾਂ ਉਹ ਜਿਹੜਾ ਗਿਆਨ ਹਾਸਿਲ ਕਰੇ ਦਾ ਕੋਈ ਫਾਇਦਾ ਨਹੀਂ ਹੁੰਦਾ ਜੀ। ਦੇਖੋ ਜੀ, ਗੱਲ ਕਰਦੇ ਆ ਲਾਪਰਵਾਹੀ ਦੀ ਜਾਂ ਅਣਗਹਿਲੀ ਦੀ, ਜਿਹਦੇ ਵਿੱਚ ਕੀ ਆ ਜਿਹੜੇ ਇਨਸਾਨ ਹੈਗੇ ਉਹ ਕੀ ਹੈ ਛੋਟੀ ਜਿਹੀ ਲਾਪਰਵਾਹੀ ਕਾਰਨ ਆਪਦੀ ਜ਼ਿੰਦਗੀ ਵਿੱਚ ਵੱਡੀਆਂ ਜਿਹੜੀਆਂ ਮੁਸ਼ਕਿਲਾਂ ਉਹ ਸਹੇੜ ਲੈਂਦੇ ਆ। ਗੱਲ ਕਰਦੇ ਆ ਅਸੀਂ ਮਮਦੋਟ ਸ਼ਹਿਰ ਦੀ, ਜਿੱਥੇ ਕੀ ਹੈ ਇੱਕ ਬਿਜਲੀ ਕਰਮਚਾਰੀ ਹੈਗਾ, ਉਹਨੂੰ ਕੀ ਹੈ ਸਾਰਾ ਸਮਾਨ ਮੁਹੱਈਆ ਹੋਣ ਦੇ ਬਾਵਜੂਦ ਵੀ ਉਹ ਆਪਦੀ ਜਾਨ ਨੂੰ ਜਿਹੜਾ ਜੋਖਮ 'ਚ ਪਾ ਰਿਹਾ। ਉੱਥੇ ਕੀ ਆ ਉਹ ਬਿਨਾਂ ਕਿਸੇ ਸੁਰੱਖਿਆ ਬੈਲਟ ਦੇ, ਬਿਨਾਂ ਕਿਸੇ ਰੱਸੀਆਂ ਦੀ ਵਰਤੋਂ ਕੀਤੇ ਇੱਕ ਸਿੱਧਾ ਹੀ ਜਿਹੜੀ ਬਿਜਲੀ ਦੇ ਖੰਭੇ ਤੇ ਚੜ ਜਾਂਦਾ ਜੀ। ਜਦੋਂ ਉਹ ਤੋਂ ਪੁੱਛਿਆ ਗਿਆ ਵੀ ਉਹ ਸੁਰੱਖਿਆ ਬੈਲਟ ਦੀ ਜਿਹੜੀ ਵਰਤੋਂ ਕਿਉਂ ਨਹੀਂ ਕਰ ਰਿਹਾ ਤਾਂ ਉਹ ਕਹਿੰਦਾ ਵੀ ਜਿਹੜਾ ਸਾਨੂੰ ਬਿਜਲੀ ਅਧਿਕਾਰੀਆਂ ਵੱਲੋਂ ਸਮਾਨ ਜਿਹੜਾ ਉਹ ਮੁਹੱਈਆ ਨਹੀਂ ਕਰਵਾਇਆ ਜਾਂਦਾ। ਪਰ ਪਾਵਰਕਾਮ ਦੇ ਅਧਿਕਾਰੀ ਨੇ ਕਿਹਾ ਵੀ ਜਿਹੜਾ ਮਜ਼ਦੂਰਾਂ ਨੂੰ ਸਾਰਾ ਸਮਾਨ ਮੁਹੱਈਆ ਕਰਵਾਉਣ ਦੇ ਬਾਵਜੂਦ ਵੀ ਉਹ ਆਪਦੀ ਜਾਨ ਨੂੰ ਜਿਹੜਾ ਜੋਖਮ ਦੇ ਵਿੱਚ ਪਾਉਂਦੇ ਆ। ਅਸੀਂ ਕੀ ਆ ਜਾਣਬੁੱਝ ਕੇ ਆਪਦੀ ਜਾਨ ਨੂੰ ਜੋਖਮ ਵਿੱਚ ਪਾ ਰਹੇ ਹਾਂ ਕਿ ਸਾਡੀ ਜਾਨ ਜਿਹੜੀ ਇੰਨੀ ਕੀਮਤੀ ਹੈਗੀ ਹੈ। ਸਾਨੂੰ ਵੀ ਪਤਾ ਸਾਡੀ ਜਾਨ ਹੈ ਜਿਹੜੀ ਉਹ ਕੀ ਹੈ ਮਨੁੱਖ ਨੂੰ ਇੱਕ ਵਾਰੀ ਜਨਮ ਮਿਲਦਾ, ਪਰ ਕੀ ਅਸੀਂ ਇਸ ਚੀਜ਼ ਦੇ ਜਾਣਨ ਦੇ ਬਾਵਜੂਦ ਵੀ ਅਸੀਂ ਆਪਦੀ ਜਾਨ ਨੂੰ ਜੋਖਮ ਦੇ ਵਿੱਚ ਪਾਉਂਦੇ ਆ। ਦੇਖੋ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਕਿਸੇ ਵੀ ਘਟਨਾ ਦੀ ਤਾਂ ਉਸ ਘਟਨਾ ਦੇ ਪਿੱਛੇ ਜਾਂ ਮੈਂ ਕਹਿਣਾ ਵੀ ਉਸ ਘਟਨਾ ਹੋਣ ਦੇ ਪਿੱਛੇ ਹਮੇਸ਼ਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਘਟਨਾ ਆਪਣੇ ਆਪ ਵਾਪਰੀ। ਕਈ ਵਾਰੀ ਆਪਣੀ ਉਸ ਦੇ ਵਿੱਚ ਲਾਪਰਵਾਹੀ, ਤੇ ਜੇਕਰ ਆਪਾਂ ਉਹ ਘਟਨਾ ਸਰਕਾਰੀ ਅਦਾਰਿਆਂ ਦੇ ਵਿੱਚ ਗੱਲ ਕਰਦੇ ਹਾਂ ਤਾਂ ਸਮਾਨ ਪ੍ਰਤੀ ਕੋਈ ਚੀਜ਼ ਜਿਹੜੀ ਲੋੜੀਂਦੀ ਆ ਉਸ ਪ੍ਰਤੀ ਕੋਈ ਨਾ ਕੋਈ ਆਪਾਂ ਕਹਿ ਸਕਦੇ ਹਾਂ ਅਣਗਹਿਲੀ ਜ਼ਰੂਰ ਹੁੰਦੀ ਹੈ, ਕਿਉਂਕਿ ਕਦੀ ਵੀ ਕੋਈ ਬਿਨਾਂ ਅਣਗਹਿਲੀ ਤੋਂ ਜਾਂ ਆਪਾਂ ਕਹਿ ਲਈਏ ਵੀ ਕਿਸੇ ਵਿਅਕਤੀ ਦੀ ਬਿਨਾਂ ਅਣਗਹਿਲੀ ਤੋਂ ਕੋਈ ਘਟਨਾ ਨਹੀਂ ਵਾਪਰਦੀ। ਕਿਤੇ ਨਾ ਕਿਤੇ ਆਪਣਾ ਇਸ ਦੇ ਵਿੱਚ ਹੱਥ ਹੁੰਦਾ, ਜਾਂ ਮੈਂ ਕਹਿ ਲਾ ਵੀ ਆਪਾਂ ਜਾਣਬੁੱਝ ਕੇ ਨਹੀਂ ਕਰਦੇ, ਕਈ ਵਾਰੀ ਕੁਦਰਤੀ ਉਹ ਚੀਜ਼ਾਂ ਹੋ ਜਾਂਦੀਆਂ ਨੇ। ਤਾਂ ਉਸ 'ਤੇ ਸਾਨੂੰ ਜ਼ਰੂਰ ਧਿਆਨ ਦੇਣ ਦੀ ਲੋੜ ਆ, ਕਿਉਂਕਿ ਕੋਈ ਵੀ ਘਟਨਾ ਜਦੋਂ ਵਾਪਰਦੀ ਹੈ ਨਾ ਉਹ ਆਪਾਂ ਨੂੰ ਦੱਸ ਕੇ ਨਹੀਂ ਵਾਪਰਦੀ, ਪਰ ਆਪਾਂ ਉਸ ਤੋਂ ਪਹਿਲਾਂ
ਕੀ ਕੁਝ ਉਸ ਦੇ ਲਈ ਆਪਾਂ ਕਹਿ ਸਕਦੇ ਹਾਂ ਵੀ ਸੋਲਿਊਸ਼ਨ ਜਾਂ ਪ੍ਰੀਕਾਸ਼ਨਸ ਆਪਾਂ ਵਰਤ ਸਕਦੇ ਹਾਂ, ਉਹ ਚੀਜ਼ਾਂ ਤੇ ਆਪਾਂ ਨੂੰ ਜ਼ਰੂਰ ਕੰਮ ਕਰਨ ਦੀ ਲੋੜ ਆ। ਜਿਵੇਂ ਤੁਸੀਂ ਦੱਸਿਆ ਵੀ ਉਸ ਵਿਅਕਤੀ ਵੱਲੋਂ ਖੰਭੇ ਤੇ ਚੜਿਆ ਗਿਆ ਪਰ ਕੋਈ ਵੀ ਬੈਲਟ ਦੀ ਵਰਤੋਂ ਨਹੀਂ ਕੀਤੀ ਗਈ। ਇੱਥੇ ਮਸਲਾ ਇਹ ਵੀ ਆ ਨਾ ਵੀ ਜੇਕਰ ਉਸ ਦੇ ਕੋਲ ਬੈਲਟ ਹੈ ਤਾਂ ਉਹਨੇ ਲਾਈ ਕਿਉਂ ਨਹੀਂ, ਤੇ ਜੇਕਰ ਉਸ ਦੇ ਕੋਲ ਬੈਲਟ ਹੈ ਨਹੀਂ ਤਾਂ ਦਿੱਤੀ ਕਿਉਂ ਨਹੀਂ ਗਈ, ਕਿਉਂ ਨਹੀਂ ਉਹ ਜਿਹੜਾ ਸਮਾਨ ਪੂਰਾ ਕੀਤਾ ਗਿਆ। ਇੱਥੇ ਅਣਗਹਿਲੀ ਵਿਅਕਤੀ ਦੀ ਵੀ ਹੈ ਤੇ ਅਣਗਹਿਲੀ ਉਹਨਾਂ ਵਿਅਕਤੀਆਂ ਦੀ ਵੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਇਹ ਸਮਾਨ ਪ੍ਰਦਾਨ ਕਰਵਾਉਣਾ ਸੀ। ਸਭ ਤੋਂ ਪਹਿਲਾਂ ਤਾਂ ਆਪਾਂ ਕਿਸੇ ਵੀ ਇਹੋ ਜਿਹੇ ਜਦੋਂ ਆਪਾਂ ਬਿਜਲੀ ਦੇ ਕੰਮ ਕਰਦੇ ਹਾਂ ਉਸ ਦੇ ਵਿੱਚ ਆਪਾਂ ਨੂੰ ਚਾਹੀਦਾ ਹੈ ਵੀ ਕੋਈ ਵੀ ਵਿਅਕਤੀ ਆਪਣੇ ਕੋਲੇ ਹੋਵੇ ਆਪਣੀ ਰੱਖਿਆ ਦੇ ਲਈ, ਜੇਕਰ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਅਚਾਨਕ ਜੇ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਤੇ ਕੋਈ ਨਾ ਕੋਈ ਜਿਹੜਾ ਕਦਮ ਚੁੱਕ ਸਕੇ। ਇਹੋ ਜਿਹੀਆਂ ਘਟਨਾਵਾਂ ਵਾਪਰਨ ਨਾਲੋਂ ਪਹਿਲਾਂ ਜੇਕਰ ਉਸ ਵਿਅਕਤੀ ਦੀ ਜਾਨ ਬਚ ਚੁੱਕੀ ਆ ਤਾਂ ਉਹਨਾਂ ਨੂੰ ਸਮਝ ਜਾਣਾ ਚਾਹੀਦਾ ਵੀ ਇਹ ਘਟਨਾਵਾਂ ਵਾਪਰ ਸਕਦੀਆਂ ਨੇ, ਉਸ ਤੇ ਸਾਨੂੰ ਕੋਈ ਨਾ ਕੋਈ ਕਦਮ ਜ਼ਰੂਰ ਚੱਕਣਾ ਚਾਹੀਦਾ। ਤੇ ਸਰਕਾਰੀ ਅਧਿਕਾਰੀਆਂ ਦੇ ਅਧਿਕਾਰੀਆਂ ਨੂੰ ਵੀ ਚਾਹੀਦਾ ਵੀ ਜੇਕਰ ਉਹ ਘਟਨਾਵਾਂ ਵਾਪਰਨ ਤੋਂ ਪਹਿਲਾਂ ਹੀ ਕੁਝ ਨਾ ਕੁਝ ਕਰ ਲੈਣ ਤਾਂ ਚੰਗੀ ਗੱਲ ਹੈ। ਬਿਨਾਂ ਲਾਇਸੈਂਸੀ ਹਥਿਆਰਾਂ ਤੇ ਸੁਪਰੀਮ ਕੋਰਟ ਨੇ ਕਾਫੀ ਸਖਤੀ ਵਧਾ ਦਿੱਤੀ ਹੈ ਜੀ। ਉੱਤਰ ਪ੍ਰਦੇਸ਼ ਦੇ ਵਿੱਚ ਸੁਪਰੀਮ ਕੋਰਟ ਕਾਫੀ ਚਿੰਤਾ ਤੇ ਨਜ਼ਰ ਆ ਰਹੀ ਨੇ, ਉਹਨਾਂ ਨੇ ਕਾਫੀ ਜਿਹੜੀਆਂ ਟਿੱਪਣੀਆਂ ਨੇ ਉਹ ਦਿੱਤੀਆਂ ਨੇ। ਉਹਨਾਂ ਨੇ ਕਿਹਾ ਵੀ ਜਿਸ ਹਿਸਾਬ ਦੇ ਨਾਲ ਉੱਤਰ ਪ੍ਰਦੇਸ਼ ਦੇ ਵਿੱਚ ਬਿਨਾਂ ਲਾਇਸੈਂਸੀ ਹਥਿਆਰ ਜਿਨ੍ਹਾਂ ਦਾ ਕੋਈ ਲਾਇਸੈਂਸ ਹੈ ਨਹੀਂ ਉਸ ਦੇ ਨਾਲ ਜਿਹੜੀਆਂ ਵਾਰਦਾਤਾਂ ਉਹ ਵੱਧ ਰਹੀਆਂ ਨੇ, ਉਹ ਹੁਣ ਤੱਕ ਯੂਪੀ ਸਰਕਾਰ ਵੱਲੋਂ ਕਿਉਂ ਨਹੀਂ ਦਰਜ ਕੀਤੀਆਂ ਗਈਆਂ ਨੇ। ਉਹਨਾਂ ਨੇ ਹੋਰ ਵੀ 3-4 ਸਵਾਲ ਇਸ ਤੇ ਖੜੇ ਕੀਤੇ ਨੇ। ਦੂਜਾ ਉਹਨਾਂ ਨੇ ਕਿਹਾ ਵੀ ਜਿੰਨਾ ਚਿਰ ਇਹ ਜਿਹੜੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਤਾਂ ਬਿਨਾਂ ਲਾਇਸੈਂਸੀ ਹਥਿਆਰਾਂ ਤੇ ਜੇ ਕੋਈ ਕਾਰਵਾਈ ਆ ਸਰਕਾਰ ਵੱਲੋਂ ਕਿਉਂ ਨਹੀਂ ਕੀਤੀ ਜਾ ਰਹੀ। ਇਹ ਜਿਹੜੀਆਂ ਘਟਨਾਵਾਂ ਨੇ ਦਿਨ ਬਰ ਦਿਨ ਘਟਣ ਦੀ ਜਗ੍ਹਾ ਵਰਤੀਆਂ ਕੋ ਜਾ ਰਹੀਆਂ ਨੇ। ਤੇ ਨਾਲ ਦੀ ਨਾਲ ਉਹਨੇ ਬਿਹਾਰ, ਪੰਜਾਬ ਤੇ ਹਰਿਆਣਾ ਨੂੰ ਵੀ ਇਸ ਦੀ ਧਿਰ ਮੰਨਿਆ। ਉਹਨੇ ਕਿਹਾ ਵੀ ਜਿਸ ਹਿਸਾਬ ਦੇ ਨਾਲ ਬਿਨਾਂ ਲਾਇਸੈਂਸੀ ਹਥਿਆਰਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਜਿਹੜੀਆਂ ਘਟਨਾਵਾਂ ਨੇ ਉਹ ਵੱਧਦੀਆਂ ਜਾ ਰਹੀਆਂ ਨੇ, ਇਹ ਜਿਹੜੀ ਇੱਕ ਗੰਭੀਰ ਸਮੱਸਿਆ ਬਣ ਚੁੱਕੀ ਹੈ ਹੁਣ ਦੇ ਲਈ। ਜਾਂ ਮੈਂ ਕਹਿ ਲਾਂ ਵੀ ਉੱਤਰ ਪ੍ਰਦੇਸ਼ ਦੇ ਵਿੱਚ ਜਿਸ ਹਿਸਾਬ ਦੇ ਨਾਲ ਆਪਾਂ ਦੇਖਦੇ ਹਾਂ ਵੀ ਮਾਹੌਲ ਦਿਨ ਬਰ ਦਿਨ ਖਰਾਬ ਹੁੰਦਾ ਜਾ ਰਿਹਾ ਤੇ ਇਸ ਤੇ ਸੁਪਰੀਮ ਕੋਰਟ ਕਾਫੀ ਚਿੰਤਤ ਨਜ਼ਰ ਆ ਰਹੇ ਨੇ ਜੀ। ਤੇ ਨਾਲ ਸੁਪਰੀਮ ਕੋਰਟ ਨੇ ਕਿਹਾ ਵੀ ਜਿਹੜੀਆਂ ਹੁਣ ਤੱਕ ਦੀਆਂ ਘਟਨਾਵਾਂ ਹੋਈਆਂ ਨੇ ਤਾਂ ਉਹਨਾਂ ਨੇ ਮੈਂ ਕਹਿ ਲਾ ਵੀ ਸਰਕਾਰ ਤੋਂ ਜਾਂ ਰਾਜ ਸਰਕਾਰ ਤੋਂ ਉਸ ਬਾਰੇ ਪੁੱਛ ਪੜਤਾਲ ਕੀਤੀ ਆ ਵੀ ਹੁਣ ਤੱਕ ਤੁਸੀਂ ਕਿੰਨੇ ਕੇਸ ਜਿਹੜੇ ਦਰਜ ਕੀਤੇ ਨੇ। ਤਾਂ ਉਹਨਾਂ ਨੇ ਹਾਲੇ ਤੱਕ ਕੋਈ ਵੀ ਇਸ ਸਵਾਲ ਦੇ ਜਿਹੜੀ ਉੱਤਰ ਨਹੀਂ ਦਿੱਤੇ। ਉਹਨਾਂ ਨੇ ਇਹ ਸਵਾਲ ਇਸ ਲਈ ਕੀਤੇ ਨੇ, ਉਹਨਾਂ ਨੇ ਕਿਹਾ ਵੀ ਇਹ ਕੋਈ ਅਮਰੀਕਾ ਹੈ ਨਹੀਂਗਾ, ਇਹ ਅਮਰੀਕਾ ਦੇਸ਼ ਨਹੀਂ ਜਿੱਥੇ ਕੋਈ ਆਪਾਂ ਨੂੰ ਹਥਿਆਰ, ਗੈਰ ਹਥਿਆਰ ਜਿਹੜੇ ਆਪਾਂ ਕਹਿ ਸਕਦੇ ਵੀ ਲਾਇਸੈਂਸਾਂ ਤੋਂ ਬਿਨਾਂ ਹਥਿਆਰ ਨੇ ਉਹ ਰੱਖਣ ਦਾ ਆਪਣੇ ਕੋਲੇ ਮੌਲਿਕ ਅਧਿਕਾਰ ਹੈਗਾ। ਇੱਥੇ ਇਹ ਭਾਰਤ ਦੇਸ਼ ਹੈ, ਇਸ ਦੇ ਵਿੱਚ ਬਿਨਾਂ ਲਾਇਸੈਂਸੀ ਹਥਿਆਰ ਰੱਖਣੇ ਇੱਕ ਗੈਰ ਕਾਨੂੰਨੀ ਕੰਮ ਹੈ ਤੇ ਇਸ ਤੇ ਜਿਹੜੀ ਕਾਰਵਾਈ ਵੀ ਉਹ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਇਹ ਸਮੱਸਿਆਵਾਂ ਇੱਕ ਦਿਨ ਦੀਆਂ ਜਾਂ ਇੱਕ ਵਿਅਕਤੀ ਦੇ ਲਈ ਨਹੀਂ ਹੈਗੀਆਂ, ਇੱਕ ਪੂਰੇ ਦੇਸ਼ ਦੇ ਲਈ, ਇੱਕ ਪੂਰੇ ਸੂਬੇ ਦੇ ਲਈ ਇੱਕ ਵੱਡੀ ਸਮੱਸਿਆ ਬਿਨਾਂ ਲਾਇਸੈਂਸੀ ਹਥਿਆਰ ਜਿਹੜੇ ਰੱਖਣਾ। ਤਾਂ ਉਸ ਤੇ ਸਰਕਾਰ ਨੂੰ ਵੀ ਚਾਹੀਦਾ, ਜਿਸ ਹਿਸਾਬ ਦੇ ਨਾਲ ਸੁਪਰੀਮ ਕੋਰਟ ਨੇ ਇਸ ਤੇ ਚਿੰਤਤ ਪ੍ਰਗਟ ਕੀਤੀ ਹੈ, ਉਹਨਾਂ ਨੇ ਆਪਦੇ ਵੱਲੋਂ ਜੋ ਵੀ ਹੋ ਸਕਦਾ ਉਹਨਾਂ ਨੇ ਕੀਤਾ। ਤੇ ਇਸ ਦੇ ਨਾਲ ਉਹਨਾਂ ਨੇ ਇੱਕ ਸੀਨੀਅਰ ਅਧਿਕਾਰੀ ਵੀ ਜਾਂ ਮੈਂ ਕਹਿ ਲਾਂ ਵੀ ਇੱਕ ਸੀਨੀਅਰ ਵਕੀਲ ਇਸ ਕੇਸ ਤੇ ਨਿਯੁਕਤ ਕੀਤਾ ਵੀ ਜੋ ਇਸ ਦੀ ਜਿਹੜੀ ਪੁੱਛ ਪੜਤਾਲ ਆ ਉਹ ਕਰੂਗਾ। ਚੰਗੀ ਗੱਲ ਹੈ ਜਿੱਥੇ ਲੋੜ ਆ ਸਾਨੂੰ, ਕਿਉਂਕਿ ਆਪਾਂ ਵੀ ਦੇਖਿਆ ਨਾ ਦਿਨ ਬਰ ਦਿਨ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਵੀ ਗੈਰ ਲਾਇਸੈਂਸੀ ਹਥਿਆਰਾਂ ਦੇ ਨਾਲ ਕਾਫੀ ਘਟਨਾਵਾਂ ਵਾਪਰਦੀਆਂ ਨੇ। ਆਪਾਂ ਪਿੱਛੇ ਜੀ ਗੱਲ ਕੀਤੀ ਸੀ ਮਾਨਸਾ ਦੇ ਵਿੱਚ ਇੱਕ ਵਿਅਕਤੀ ਵੱਲੋਂ ਕੱਟੇ ਦੇ ਨਾਲ ਇੱਕ ਆਪਾਂ ਕਹਿ ਸਕਦੇ ਜਿਹੜਾ ਕੱਟੇ ਜਿਹਨੂੰ ਆਪਾਂ ਬੰਦੂਕ ਦਾ ਰੂਪ ਦੇ ਦਿੰਦੇ ਆ ਤਾਂ ਉਸ ਦੇ ਨਾਲ ਇੱਕ ਵਿਅਕਤੀ, ਇੱਕ ਬੱਚੇ ਦੀ ਜਿਹੜੀ ਮੌਤ ਹੋ ਗਈ ਸੀਗੀ। ਤਾਂ ਉੱਥੇ ਆਪਾਂ ਦੇਖਦੇ ਆ ਵੀ ਕਿਵੇਂ ਕਿਵੇਂ ਅੱਡ-ਅੱਡ ਸੂਬਿਆਂ ਦੇ ਵਿੱਚ ਇਹ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ। ਤਾਂ ਇਸ ਤੇ ਸੁਪਰੀਮ ਕੋਰਟ ਸਖਤ ਹੈ ਤੇ ਸਰਕਾਰ ਨੂੰ ਵੀ ਚਾਹੀਦਾ ਵੀ ਇਹਨਾਂ ਦੇ ਜਿਹੜੇ ਸਵਾਲ ਨੇ ਸੁਪਰੀਮ ਕੋਰਟ, ਮਾਨਯੋਗ ਸੁਪਰੀਮ ਕੋਰਟ ਨੇ ਜੋ ਸਵਾਲ ਕੀਤੇ ਨੇ ਉਹਨਾਂ ਦੇ ਜਵਾਬ ਦੇਣ ਤੇ ਇਸ ਤੇ ਕਾਰਵਾਈ ਵੀ ਜ਼ਰੂਰ ਕਰਨ। ਤਾਂ ਉਹਨਾਂ ਨੇ ਕਿਹਾ ਵੀ ਜਿੰਨਾ ਚਿਰ ਇਹ ਚੀਜ਼ਾਂ ਖਤਮ ਨਹੀਂ ਹੁੰਦੀਆਂ, ਗੈਰ ਲਾਇਸੈਂਸੀ ਹਥਿਆਰਾਂ ਵਾਲੇ ਲੋਕਾਂ ਨੂੰ ਫੜ ਕੇ ਲਾਇਸੈਂਸ ਜਿਹੜੇ ਬੰਦ ਨਹੀਂ ਕੀਤੇ ਜਾਂਦੇ ਜਾਂ ਜਿਹੜੇ ਇਹ ਹਥਿਆਰ ਨੇ ਉਹਨਾਂ ਨੂੰ ਬੰਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਜਿਹੜੀ ਕਾਰਵਾਈ ਆ ਉਹ ਜਾਰੀ ਰਹੂਗੀ। ਤੇ ਸਾਨੂੰ ਲੋੜ ਵੀ ਅਰਜੀ ਜਿਸ ਹਿਸਾਬ ਦੇ ਨਾਲ ਅੱਜ ਦਾ ਮਾਹੌਲ ਆ, ਮੈਂ ਇਕੱਲੇ ਇੱਕ ਸੂਬੇ ਦੀ ਗੱਲ ਨਹੀਂ ਕਰਦਾ, ਮੈਂ ਇਕੱਲੇ ਇੱਕ ਦੇਸ਼ ਦੀ ਗੱਲ ਨਹੀਂ ਕਰਦਾ, ਜਿੱਥੇ ਵੀ ਗੈਰ ਲਾਇਸੈਂਸੀ ਹਥਿਆਰ ਵਰਤੇ ਜਾਂਦੇ ਆ ਉੱਥੇ ਕੋਈ ਨਾ ਕੋਈ ਮਾੜੀ ਘਟਨਾ ਜ਼ਰੂਰ ਵਾਪਰੂਗੀ। ਕਿਉਂਕਿ ਜਦੋਂ ਕਿਸੇ ਦੇ ਆਪਾਂ ਕਹਿ ਸਕਦੇ ਨਾਮ ਨਹੀਂ ਬੋਲਦਾ ਤਾਂ ਉਦੋਂ ਕੀ ਪਤਾ ਲੱਗੂ ਇਹ ਕਿਸ ਦਾ ਹੈਗਾ ਜਾਂ ਕਿਸ ਵੱਲੋਂ ਇਹ ਜਿਹੜੀ ਵਿਅਕਤੀ ਵੱਲੋਂ ਘਟਨਾਵਾਂ ਕੀਤੀ ਗਈ ਹੈ। ਤਾਂ ਇਸ ਤੇ ਜ਼ਰੂਰ ਸਾਨੂੰ ਕੰਮ ਕਰਨ ਦੀ ਲੋੜ ਹੈ। ਸਾਨੂੰ ਲੋੜ ਹੈ ਇਸ ਤਰ੍ਹਾਂ ਜਿਹੜੇ ਕੰਮ ਹੋ ਰਹੇ ਨੇ, ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਉਹਨਾਂ ਤੇ ਚਰਚਾ ਵੀ ਕਰਨੀ ਚਾਹੀਦੀ ਹੈ, ਉਹਨਾਂ ਤੇ ਕੰਮ ਵੀ ਜਿਹੜੇ ਸਰਕਾਰ ਵੱਲੋਂ ਜ਼ਰੂਰ ਕੀਤੇ ਜਾਣੇ ਚਾਹੀਦੇ ਹੈ। ਗੱਲ ਕਰਦੇ ਹਾਂ ਜੀ ਮੋਗਾ ਜ਼ਿਲ੍ਹੇ ਦੀ, ਜਿੱਥੇ ਕੀ ਹੈ ਸੂਰਜ ਨਗਰ ਤੇ ਮਾਡਲ ਟਾਊਨ ਖੇਤਰ ਵਿੱਚ ਇੱਕ ਬਾਂਦਰ ਨੇ ਜਿਹੜੀ ਦਹਿਸ਼ਤ ਫੈਲਾਈ ਹੋਈ ਹੈ। ਬਾਂਦਰ ਵੱਲੋਂ ਕੀ ਹੈ ਲੋਕਾਂ ਨੂੰ ਬਹੁਤ ਜ਼ਿਆਦਾ ਜਿਹੜੀ ਪਰੇਸ਼ਾਨੀ ਹੋ ਰਹੀ ਹੈ। ਬਾਂਦਰ ਵੱਲੋਂ ਲੋਕਾਂ ਦੇ ਸਮਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ, ਕਾਰਾਂ ਦੀਆਂ ਸੀਟਾਂ ਫਾੜੀਆਂ ਜਾ ਰਹੀਆਂ। ਇਹਦੇ ਨਾਲ ਕੀ ਹੈ ਬੱਚਿਆਂ ਨੂੰ ਵੀ ਘਰੋਂ ਬਾਹਰ ਨਿਕਲਣਾ ਜਿਹੜਾ ਬਹੁਤ ਮੁਸ਼ਕਿਲ ਹੋਇਆ ਪਿਆ। ਇਹਦੇ ਨਾਲ ਕੀ ਹੈ ਜਦੋਂ ਕੋਈ ਵੀ ਇਸਤਰੀਆਂ ਜਾਂ ਕੋਈ ਸਮਾਨ ਲੈ ਕੇ ਜਾਂਦੇ ਆ ਤਾਂ ਉਹ ਕੀ ਹੈ ਬਾਂਦਰ ਵੱਲੋਂ ਝੱਟ ਲਿਆ ਜਾਂਦਾ ਹੈ। ਉਹਦੇ ਨਾਲ ਕੀ ਲੋਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਕਈ ਤਾਂ ਜ਼ਖਮੀ ਵੀ ਇਹਦੇ ਵਿੱਚ ਵਿਅਕਤੀ ਹੋ ਚੁੱਕੇ ਆ। ਤਾਂ ਲੋਕਾਂ ਵੱਲੋਂ ਅਪੀਲ ਕੀਤੀ ਗਈ ਹੈ ਵੀ ਜਿਹੜੇ ਬਾਂਦਰ ਨੂੰ ਜਲਦੀ ਤੋਂ ਜਲਦੀ ਜਿਹੜਾ ਉਹ ਫੜਿਆ ਜਾਵੇ। ਦੇਖੋ ਅਰਜੀ, ਜਿਵੇਂ ਤੁਸੀਂ ਦੱਸਿਆ ਵੀ ਇੱਕ ਬਾਂਦਰ ਵੱਲੋਂ ਇੱਕ ਜ਼ਿਲ੍ਹੇ ਦੇ ਵਿੱਚ ਜੋ ਹਫੜਾ ਦਫੜੀ ਮਚ ਰਹੀ ਹੈ,
ਇੱਕ ਗੱਲ ਦਾ ਇੱਥੇ ਧਿਆਨ ਰੱਖਣ ਦੀ ਲੋੜ ਆ ਵੀ ਜਿਸ ਹਿਸਾਬ ਦੇ ਨਾਲ ਕੋਈ ਵੀ ਆਪਾਂ ਕਹਿ ਸਕਦੇ ਵੀ ਜਾਨਵਰ ਹੈ, ਜਦੋਂ ਉਹ ਕਿਸੇ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਤਾਂ ਉਸ 'ਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ, ਫਿਰ ਚਾਹੇ ਉਹ ਪੁਲਿਸ ਵੱਲੋਂ ਹੋਵੇ ਚਾਹੇ ਉਹ ਲੋਕਾਂ ਵੱਲੋਂ ਹੋਵੇ। ਤਾਂ ਇਸ 'ਤੇ ਵੀ ਜਿਹੜਾ ਜ਼ਰੂਰ ਸਾਨੂੰ ਧਿਆਨ ਦੇਣ ਦੀ ਲੋੜ ਆ ਵੀ ਜੇਕਰ ਉਹ ਬਾਂਦਰ ਵੱਲੋਂ ਕੋਈ ਵੀ ਇਹੋ ਜਿਹੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਇਹੋ ਜਿਹੀ ਘਟਨਾ ਵਾਪਰਦੀ ਹੈ ਜਿਸ ਦੇ ਨਾਲ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ, ਤਾਂ ਉਸ 'ਤੇ ਪੁਲਿਸ ਵੱਲੋਂ ਜ਼ਰੂਰ ਕਾਰਵਾਈ ਕਰਨੀ ਚਾਹੀਦੀ ਹੈ। ਉਸ ਨੂੰ ਫੜ ਕੇ ਅਜਿਹੀਆਂ ਥਾਵਾਂ 'ਤੇ, ਆਪਾਂ ਨੂੰ ਵੀ ਪਤਾ ਵੀ ਅਜਿਹੀਆਂ ਥਾਵਾਂ ਹੈਗੀਆਂ ਵੀ ਜਿੱਥੇ ਉਹ ਜ਼ਿਆਦਾਤਰ ਰਹਿੰਦੇ ਨੇ, ਚਾਹੇ ਉਹ ਫਿਰ ਕਹਿ ਲਾ ਪਹਾੜੀ ਏਰੀਏ ਹੋ ਗਏ ਜਾਂ ਜੰਗਲਾਂ ਦੇ ਵਿੱਚ ਹੋ ਗਏ, ਤਾਂ ਉੱਥੇ ਉਹਨਾਂ ਨੂੰ ਜਿਹੜਾ ਛੱਡ ਦਿੱਤਾ ਜਾਣਾ ਚਾਹੀਦਾ, ਤਾਂ ਕਿ ਇਸ ਦੇ ਨਾਲ ਜਿਹੜੇ ਰਿਹਾਇਸ਼ੀ ਏਰੀਏ ਨੇ, ਚਾਹੇ ਉਹ ਕਿਸੇ ਸੂਬੇ ਦੀ ਗੱਲ ਕਰ ਲਈਏ, ਉੱਥੇ ਆ ਕੇ ਜਿਹੜਾ ਕਿਸੇ ਵੀ ਲੋਕਾਂ ਨੂੰ ਜਿਹੜਾ ਪਰੇਸ਼ਾਨ ਉਹ ਨਾ ਹੋਣਾ ਪਵੇ। ਤੇ ਜੇਕਰ ਮੈਂ ਇਸ ਤੋਂ ਅਗਲੀ ਖਬਰ ਦੀ ਗੱਲ ਕਰਾਂ ਤਾਂ ਅਰਜੀ ਆਪਾਂ ਪਿੱਛੇ ਜਿਹੀ ਖਬਰ ਕੀਤੀ ਸੀ ਵੀ ਪਾਕਿਸਤਾਨ ਦੇ ਵਿੱਚ ਰੋਡ ਦੇ ਉੱਤੇ ਲੋਕਾਂ ਨੇ ਮੁਜ਼ਾਹਰਾ ਕੀਤਾ ਸੀ। ਉਹਨਾਂ ਨੇ ਕਿਹਾ ਸੀਗਾ ਵੀ ਇੱਥੋਂ ਤੁਸੀਂ ਚਲੇ ਜਾਓ, ਫਿਰ ਚਾਹੇ ਤੁਸੀਂ ਭਾਰਤ ਚਲੇ ਜਾਓ, ਫਿਰ ਚਾਹੇ ਕਿਸੇ ਹੋਰ ਦੇਸ਼ ਚਲੇ ਜਾਓ, ਵੀ ਇੱਕ ਵਾਰ ਪਾਕਿਸਤਾਨ ਦੇ ਵਿੱਚੋਂ ਲੋਕਾਂ ਨੂੰ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਨਿਕਲੋ ਜਾਂ ਕਿਉਂ ਨਿਕਲੋ। ਇਸ ਦੀ ਜੇਕਰ ਗੱਲ ਕਰੀਏ ਤਾਂ ਜਿਸ ਹਿਸਾਬ ਦੇ ਨਾਲ ਅੱਜ ਦੇ ਆਪਾਂ ਕਹਿ ਲਈਏ ਵੀ ਪਾਕਿਸਤਾਨ ਦੇ ਹਾਲਾਤ ਨੇ ਉਹ ਬਹੁਤ ਹੀ ਮਾੜੇ ਹੋ ਚੁੱਕੇ ਨੇ, ਤਾਂ ਉੱਥੇ ਇੱਕ ਆਪਾਂ ਬੋਰਡ ਵੀ ਲੱਗਿਆ ਦੇਖਿਆ ਸੀ, ਚਾਹੇ ਮੈਂ ਉਹ ਫੋਟੋ ਦੀ ਗੱਲ ਕਰਾਂ ਤਾਂ ਉੱਥੇ ਲਿਖਿਆ ਸੀਗਾ ਵੀ ਸਾਡੇ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਆ ਉਹ ਨਰਿੰਦਰ ਮੋਦੀ ਹੋਣੇ ਚਾਹੀਦੇ ਆ। ਉਹ ਵੀ ਆਪਾਂ ਜਿਹੜੀ ਖਬਰ ਉਹ ਜ਼ਰੂਰ ਸਾਂਝੀ ਕੀਤੀ ਸੀਗੀ। ਤਾਂ ਹੁਣ ਉਸ 'ਤੇ ਕੀ ਹੋ ਰਿਹਾ ਜੀ, ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਕੋਟ ਰਾਧਾ ਕਿਸ਼ਨ ਸ਼ਹਿਰ ਤੋਂ ਇੱਕ ਨਵੇਂ ਮਾਮਲੇ ਸਾਹਮਣੇ ਆਏ ਆ ਜੀ। ਉੱਥੇ ਕੀ ਹੋ ਰਿਹਾ ਵੀ ਜਿਹੜੀਆਂ ਕੇਂਦਰ ਵੱਲੋਂ ਜਾਂ ਮੈਂ ਕਹਿ ਲਾ ਵੀ ਜਿਹੜੀ ਸਰਕਾਰ ਵੱਲੋਂ ਵੰਡ ਕੇਂਦਰਾਂ ਦੇ ਵਿੱਚ ਅਨਾਜ ਆ ਰਿਹਾ, ਅਨਾਜ ਦੀਆਂ ਬੋਰੀਆਂ ਆ ਰਹੀਆਂ ਨੇ, ਉਹ ਦੋਨੇ ਸ਼ਹਿਰਾਂ ਦੇ ਵਿੱਚ ਬਹੁਤ ਹੀ ਹਫੜਾ ਦਫੜੀ ਜਿਹੜੀ ਲੋਕਾਂ ਦੇ ਵਿੱਚ ਮੱਚੀ ਹੋਈ ਹੈ। ਤੇ ਉਹਨਾਂ ਨੇ ਕੀ ਕੀਤਾ ਜੀ, ਜਿਹੜੀਆਂ ਬੋਰੀਆਂ ਚਾਹੇ ਮੈਂ ਕਹਿ ਲਾ ਵੀ ਕਿਸੇ ਸਾਧਨ ਰਾਹੀਂ ਆ ਰਹੀਆਂ ਨੇ, ਉਹ ਬੋਰੀਆਂ ਦੇ ਉੱਤੇ ਹਮਲਾ ਕੀਤਾ, ਲੁੱਟ ਮਚਾਈ ਹੈ, ਤੇ ਜਿਹੜੀਆਂ ਬੋਰੀਆਂ ਨੇ ਉਹ ਖਿੱਚ ਕੇ ਲਿਜਾ ਰਹੇ ਨੇ। ਜਿੱਥੇ ਕਿਤੇ ਇਹ ਘਟਨਾ ਇੱਕ ਸ਼ਹਿਰ ਦੇ ਵਿੱਚ ਵਾਪਰੀ ਹੈ ਤੇ ਦੂਜੇ ਸ਼ਹਿਰ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੋ ਰਿਹਾ। ਦੂਜੇ ਸ਼ਹਿਰ ਦੇ ਵਿੱਚ ਜੇਕਰ ਮੈਂ ਗੱਲ ਕਰਾਂ ਤਾਂ ਪੂਰੀਆਂ 700 ਦੇ ਕਰੀਬ ਜਿਹੜੀਆਂ ਬੋਰੀਆਂ ਨੇ, ਚਾਹੇ ਜੇਕਰ ਮੈਂ ਖਬਰ ਕਰਾਂ ਕੰਗਣਪੁਰ ਦੀ, ਤਾਂ ਉੱਥੇ ਕਰੀਬ 700 ਦੇ ਜਿਹੜੇ ਕਰੀਬ ਬੋਰੀਆਂ ਉਹ ਲੁੱਟ ਖੋਹ ਦੇ ਵਿੱਚ ਲੋਕਾਂ ਨੇ ਆਪਦੇ ਕੋਲੇ ਲੈ ਰਹੀਆਂ ਨੇ। ਚਾਹੇ ਤਾਂ ਮੈਂ ਇਹ ਕਹਿ ਲਾਂ ਵੀ ਜਿਸ ਹਿਸਾਬ ਦੇ ਨਾਲ ਉੱਥੇ ਅਨਾਜ ਦੀ ਕਮੀ ਪੈ ਰਹੀ ਆ, ਤਾਂ ਲੋਕਾਂ ਦੇ ਵਿੱਚ ਭੁੱਖਮਰੀ ਨੂੰ ਲੈ ਕੇ ਜਾਂ ਭੁੱਖ ਜਿਹੜੀ ਲੋਕਾਂ ਦੇ ਵਿੱਚ ਆ ਅਨਾਜ ਨੂੰ ਲੈ ਕੇ ਕਾਫੀ ਵਧੀ ਹੋਈ ਆ। ਤੇ ਉਸ ਲਈ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਨੇ, ਜਿਵੇਂ ਮੈਂ ਦੱਸ ਹੀ ਦਿੱਤਾ ਵੀ ਇੱਕ ਥਾਂ ਤੇ 700 ਤੇ ਇੱਕ ਥਾਂ ਤੇ 280 ਕਰੀਬ 1000 ਦੇ ਕਰੀਬ ਜਿਹੜੀਆਂ ਬੋਰੀਆਂ ਨੇ ਉਹ ਲੁੱਟੀਆਂ ਜਾ ਰਹੀਆਂ ਨੇ। ਤਾਂ ਇੱਥੇ ਦੇਖਣ ਵਾਲੀ ਗੱਲ ਤਾਂ ਇਹ ਹੈ ਨਾ ਵੀ ਲੋਕਾਂ ਦੇ ਵਿੱਚ ਅਨਾਜ ਨੂੰ ਲੈ ਕੇ ਕਿੰਨੀ ਭੱਗ ਦੌੜੀ ਮਚੀ ਹੋਈ ਆ। ਜਿੱਥੇ ਆਪਾਂ ਗੱਲ ਕਰਦੇ ਆ ਵੀ ਲੋਕ ਇੱਕ ਜਿਹੜਾ ਜੀਵਨ ਆ ਆਮ ਲੋਕਾਂ ਦਾ, ਉਹ ਜਿਹੜਾ ਇੱਕ ਆਧਾਰਿਤ ਆ ਪਾਣੀ ਤੇ ਅਨਾਜ ਤੇ, ਜਦੋਂ ਉਹ ਦੋ ਚੀਜ਼ਾਂ ਹੀ ਉਹਨਾਂ ਨੂੰ ਪ੍ਰੋਪਰ ਨਹੀਂ ਮਿਲਣਗੀਆਂ ਤਾਂ ਫਿਰ ਲੋਕਾਂ ਦੇ ਵਿੱਚ ਜਿਹੜੀ ਸਮੱਸਿਆ ਉਹ ਵਧੂਗੀ। ਤਾਂ ਲੋਕਾਂ ਵੱਲੋਂ ਫੂਲ ਨਗਰ ਦੇ ਮਲਤਾਨ ਰੋਡ ਤੇ ਵੀ ਜਿਹੜਾ ਚੱਕਾ ਜਾਮ ਕਰ ਦਿੱਤਾ ਗਿਆ। ਉਹਨਾਂ ਨੇ ਕਿਹਾ ਵੀ ਹਾਲੇ ਤੱਕ ਉਸ ਫੂਲ ਨਗਰ ਦੇ ਵਿੱਚ ਕੋਈ ਵੀ ਇਹੋ ਜਿਹੇ ਅਜਿਹਾ ਕੇਂਦਰ ਨੇ ਅਨਾਜ ਦੀਆਂ ਬੋਰੀਆਂ ਨਹੀਂ ਭੇਜੀਆਂ, ਕਿਉਂਕਿ ਜਿਹੜੀਆਂ ਅਨਾਜ ਦੀਆਂ ਬੋਰੀਆਂ ਉਹ ਪਹਿਲਾਂ ਹੀ ਉਹ ਜਿਹੜੇ ਕੰਗਣਪੁਰ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੋਕਾਂ ਨੇ ਜਿਹੜੀਆਂ ਲੁੱਟ ਲਈਆਂ ਨੇ। ਤਾਂ ਉਸ ਤੋਂ ਬਾਅਦ ਉੱਥੇ ਨਾ ਪਹੁੰਚਣ ਤੇ ਉੱਥੋਂ ਦਾ ਵੀ ਜਿਹੜਾ ਲੋਕਾਂ ਦਾ ਰੋਸ ਪ੍ਰਦਰਸ਼ਨ ਆ ਵੱਧ ਗਿਆ। ਪ੍ਰਦਰਸ਼ਨਕਾਰੀਆਂ ਨੇ ਧਰਨੇ ਲਾਏ ਨੇ, ਸੜਕਾਂ ਜਾਮ ਕੀਤੀਆਂ ਨੇ। ਦੇਖੋ ਇੱਕ ਦੇਸ਼ ਦੀ ਜੇਕਰ ਗੱਲ ਕਰੀਏ ਨਾ, ਕਿਸੇ ਵੀ ਦੇਸ਼ ਦੀ ਗੱਲ ਕਰੀਏ ਤਾਂ ਕਿਸੇ ਵੀ ਦੇਸ਼ ਦੇ ਵਿੱਚ ਜਦੋਂ ਲੋਕਾਂ ਨੂੰ ਅਨਾਜ ਤੇ ਪਾਣੀ ਜਿਹੜੀਆਂ ਉਹਨਾਂ ਦੀਆਂ ਵਿੱਤੀ ਸਹੂਲਤਾਂ ਨੇ ਜਾਂ ਮੈਂ ਕਹਿੰਦਾ ਵੀ ਜਿਹੜੀਆਂ ਸਹੂਲਤਾਂ ਦੇ ਬਗੈਰ ਉਹ ਨਹੀਂ ਰਹਿ ਸਕਦੇ, ਜਦੋਂ ਉਹ ਨਾ ਮਿਲਣ ਤਾਂ ਫਿਰ ਉਸ ਦੇਸ਼ ਦੀ ਜਿਹੜੇ ਆਪਾਂ ਹਾਲਾਤ ਆ ਉਹ ਆਟੋਮੈਟਿਕ ਮਾੜੇ ਬਣ ਜਾਂਦੇ ਨੇ ਜਾਂ ਮੈਂ ਕਹਿੰਦਾ ਵੀ ਖਰਾਬ ਹੋ ਜਾਂਦੇ ਨੇ। ਤਾਂ ਇਸ ਚੀਜ਼ ਤੇ ਜ਼ਰੂਰ ਗੌਰ ਕਰਨ ਦੀ ਲੋੜ ਹੈ ਜੀ। ਦੇਖੋ ਅਰਜੀ ਇੱਕ ਗੱਲ ਤਾਂ ਹੈ, ਜੇਕਰ ਮੈਂ ਆਪਦੇ ਪੱਖ ਤੋਂ ਇੱਕ ਗੱਲ ਕਹਾਂ ਤਾਂ ਦੁਨੀਆ ਦੇ ਵਿੱਚ ਕਿਸੇ ਵੀ ਦੇਸ਼ ਦੇ ਵਿੱਚ ਇਹ ਸਾਡਾ ਮੈਂ ਕਹਿ ਲਾਂ ਵੀ ਇਤਿਹਾਸ ਦੱਸਦਾ ਵੀ ਦੁਨੀਆ ਦਾ ਕਿਸੇ ਵੀ ਦੇਸ਼ ਦੇ ਵਿੱਚ ਜਿੱਥੇ ਧਰਮ ਆਧਾਰਿਤ ਸਿਆਸਤ ਹੁੰਦੀ ਹੈ ਉੱਥੇ ਉਸ ਦੇਸ਼ ਦਾ ਜਿਹੜਾ ਨਿਬੇੜਾ ਜਾਂ ਮੈਂ ਕਹਿ ਲਾਂ ਉੱਥੋਂ ਦੇ ਹਾਲਾਤ ਆ ਉਹ ਜ਼ਰੂਰ ਮਾੜੇ ਹੁੰਦੇ ਨੇ। ਤਾਂ ਜਿਸ ਤਰੀਕੇ ਨਾਲ ਆਪਾਂ ਦੇਖ ਰਹੇ ਹਾਂ ਪਾਕਿਸਤਾਨ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਨੇ ਜਾਂ ਮੈਂ ਕਹਿ ਲਾਂ ਵੀ ਧਾਰਮਿਕ ਆਗੂਆਂ ਦਾ ਬੋਲਬਾਲਾ ਹੈ, ਤਾਂ ਫਿਰ ਉੱਥੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉੱਥੇ ਜਿਹੜੇ ਲੋਕ ਆ ਉਹ ਆਰਥਿਕ ਪੱਖ ਤੋਂ ਕਮਜ਼ੋਰ ਨੇ, ਉਹਨਾਂ ਕੋਲੇ ਇਹ ਜਿਹੜੇ ਅਨਾਜ ਦੀ ਕਮੀ ਹੈ ਤੇ ਨਾਲ ਉਹ ਹੋਰ ਜਿਹੜੀਆਂ ਚੀਜ਼ਾਂ ਤੋਂ ਚਾਹੇ ਉਹ ਭੁੱਖਮਰੀ ਹੈ ਚਾਹੇ ਉਹ ਹੋਰ ਚੀਜ਼ਾਂ ਦੇ ਨਾਲ ਵੀ ਜਿਹੜੇ ਜੂਝ ਰਹੇ ਨੇ, ਤਾਂ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਨੂੰ ਪੈਦਾ ਕਰ ਰਿਹਾ। ਕਿਸੇ ਵੀ ਦੇਸ਼ ਦੇ ਵਿੱਚ ਜਦੋਂ ਆਪਾਂ ਸਿਆਸਤ ਨੂੰ ਧਰਮ ਦੇ ਨਾਲ ਰਿਲੇਟ ਕਰਾਂਗੇ ਨਾ, ਉਦੋਂ ਜਿਹੜੇ ਦੇਸ਼ ਦੇ ਹਾਲਾਤ ਨੇ ਉਹ ਜ਼ਰੂਰ ਵਿਗੜਨਗੇ ਜੀ। ਤਾਂ ਸਾਨੂੰ ਕਿਸੇ ਵੀ ਦੇਸ਼ ਨੂੰ ਮਲਟੀ ਰਿਲੀਜੀਅਸ ਆਪਾਂ ਕਹਿ ਸਕਦੇ ਆ ਵੀ ਜਿੱਥੇ ਸਾਰੇ ਧਰਮਾਂ ਦੇ ਪੱਖ ਰੱਖੇ ਜਾਂਦੇ ਆ ਉਸ ਤਰ੍ਹਾਂ ਚਲਾਵਾਂਗੇ ਜਾਂ ਉਸ ਦੇਸ਼ ਦੇ ਵਾਂਗ ਚਲਾਵਾਂਗੇ ਜਿੱਥੇ ਹਰੇਕ ਧਰਮ ਨੂੰ ਹਰੇਕ ਆਪਾਂ ਜੇ ਕਿਸੇ ਵੀ ਵਿਅਕਤੀ ਨੂੰ ਖੁੱਲ੍ਹ ਹੈਗੀ ਆ ਵੀ ਉਹ ਆਪਦਾ ਕੋਈ ਵੀ ਕੰਮ ਕਰ ਸਕਦਾ। ਕਿਉਂਕਿ ਆਪਾਂ ਜਦੋਂ ਦੇਖਦੇ ਆ ਨਾ ਵੀ ਕਿਸੇ ਦੇਸ਼ ਦੇ ਵਿੱਚ ਇੱਕ ਪੱਖੀ ਲੋਕ ਹੁੰਦੇ ਆ ਜਾਂ ਇੱਕ ਧਰਮ ਨੂੰ ਪ੍ਰਚਾਰ ਕਰਨ ਦੇ ਵਾਲੇ ਲੋਕ ਹੀ ਹੁੰਦੇ ਆ, ਤਾਂ ਉੱਥੇ ਜ਼ਰੂਰ ਕੋਈ ਨਾ ਕੋਈ ਜਿਹੜੀਆਂ ਮਾੜੇ ਹਾਲਾਤ ਉਹ ਜ਼ਰੂਰ ਪੈਦਾ ਹੁੰਦੇ ਆ। ਸੋ ਸਾਨੂੰ ਇਹਨਾਂ ਚੀਜ਼ਾਂ ਤੇ ਗੌਰ ਕਰਨ ਦੀ ਲੋੜ ਆ, ਸਾਨੂੰ ਲੋੜ ਆ। ਤੇ ਪਾਕਿਸਤਾਨ ਦੇ ਪ੍ਰਦਰਸ਼ਨਕਾਰੀ ਜਿਹੜੇ ਲੋਕ ਨੇ, ਚਾਹੇ ਮੈਂ ਕਹ ਲਓ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ, ਚਾਹੇ ਲੋਕ ਜਿਹੜੇ ਉਹ ਅਨਾਜ ਦੀਆਂ ਬੋਰੀਆਂ ਨੂੰ ਘਰੇ ਲਿਜਾ ਰਹੇ ਨੇ, ਉੱਥੇ ਲੁੱਟ ਖੋਹ ਕਰ ਰਹੇ ਨੇ, ਉਹਨਾਂ ਨੂੰ ਆਪ ਦੀ ਚੱਲ ਮੈਂ ਕਹਿ ਲਾ ਵੀ ਉਹਨਾਂ ਨੂੰ ਆਰਥਿਕ ਤੋਂ ਜਾਂ ਉਹਨਾਂ ਨੂੰ ਜਿਹੜੇ ਅਨਾਜ ਪੱਖੀ ਘਾਟ ਹੈ ਉਹ ਜ਼ਰੂਰ ਮਹਿਸੂਸ ਹੋ ਰਹੀ ਹੈ। ਤੇ ਇਸ ਤੇ ਸਰਕਾਰ ਨੂੰ ਤੇ ਜਾਂ ਮੈਂ ਕਹਿ ਲਾ ਵੀ ਪ੍ਰਸ਼ਾਸਨ ਨੂੰ ਜ਼ਰੂਰ ਕੰਮ ਕਰਨ ਦੀ ਲੋੜ ਹੈ। ਦੇਖੋ ਜੀ, ਜਿੱਥੇ ਸਾਨੂੰ ਵੀ ਪਤਾ ਪੰਜਾਬ ਦੇ ਹਾਲਾਤ ਹੈ ਜਿਹੜੇ ਉਹ ਦਿਨੋਂ ਦਿਨ ਵਿਗੜ ਰਹੇ ਆ,
ਤੇ ਜਿਹੜੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਹੈਗੀ ਆ ਉਹ ਕੀ ਹੈ ਪੰਜਾਬ ਚੋਂ ਬਾਹਰ ਜਾਣ ਦੀਆਂ ਜਿਹੜੀਆਂ ਆਪਦੀਆਂ ਤਿਆਰੀਆਂ ਮਿੱਥੀ ਬੈਠੀ ਹੈ ਜੀ। ਸਾਨੂੰ ਵੀ ਪਤਾ ਜਿਹੜੇ ਵੱਧ ਤੋਂ ਵੱਧ ਨਿੱਤ ਹੀ ਅਸੀਂ ਦੇਖਦੇ ਆ ਵੀ ਜਿਹੜੇ ਜਹਾਜ਼ ਭਰ ਕੇ ਕੀ ਹੈ ਕੈਨੇਡਾ ਅਮਰੀਕਾ ਵੱਲ ਜਾ ਰਹੇ ਆ ਜੀ। ਉੱਥੇ ਕੀ ਆ ਕਈ ਲੋਕ ਇਹੋ ਜਿਹੇ ਵੀ ਹੁੰਦੇ ਆ ਵੀ ਜਿਹੜੇ ਕੀ ਆ ਵਿਦਿਆਰਥੀਆਂ ਨੂੰ ਲੁੱਟਣ ਵਾਸਤੇ ਇੱਕ ਕੀ ਆ ਆਪਦਾ ਕਾਰੋਬਾਰ ਚਲਾ ਲੈਂਦੇ ਆ। ਉੱਥੇ ਕੀ ਆ 700 ਵਿਦਿਆਰਥੀ ਹੈਗੇ ਜਿਹੜੇ ਉਹਨਾਂ ਨੂੰ ਕੈਨੇਡਾ ਭੇਜਣ ਵਿੱਚ ਉਹਨਾਂ ਨਾਲ ਧੋਖਾਧੜੀ ਕੀਤੀ ਗਈ ਹੈ ਤੇ ਹੁਣ ਉਹ ਜਿਹੜਾ ਫਰਮ ਸੀਗਾ ਉਹਦਾ ਲਾਇਸੈਂਸ ਜਿਹੜਾ ਉਹ ਰੱਦ ਕਰ ਦਿੱਤਾ ਗਿਆ। ਦੇਖੋ ਅਰਜੀ, ਜਿਵੇਂ ਤੁਸੀਂ ਗੱਲ ਕੀਤੀ ਇੱਕ ਫਰਮ ਦੀ ਜਿਸ ਦਾ ਨਾਮ ਹੈਗਾ ਮੈਸਰਜ਼ ਐਜੂਕੇਸ਼ਨ ਐਂਡ ਮਾਈਗ੍ਰੇਸ਼ਨ ਸਰਵਿਸਿਜ਼, ਜੋ ਕਿ ਜਲੰਧਰ ਦੇ ਵਿੱਚ ਸਥਿਤ ਹੈ। ਇਸ ਫਰਮ ਦੇ ਨਾਂ ਤੇ ਜੋ ਬੱਚੇ ਬਾਹਰ ਚਲੇ ਗਏ ਸੀਗੇ ਤਾਂ ਉਸ ਬੱਚਿਆਂ ਨੂੰ ਜਦੋਂ ਕੈਨੇਡਾ ਵੱਲੋਂ ਪੂਰੇ 700 ਵਿਦਿਆਰਥੀਆਂ ਨੂੰ ਵਾਪਸ ਭੇਜ ਦਿੱਤਾ ਗਿਆ, ਜਾਂ ਮੈਂ ਕਹਿਣਾ ਵੀ ਡਿਪੋਰਟ ਕਰ ਦਿੱਤਾ ਗਿਆ, ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇਸ ਤੇ ਕਾਫੀ ਚਰਚਾ ਸ਼ੁਰੂ ਹੋ ਗਈ। ਤਾਂ ਪੰਜਾਬ ਦੇ ਵਿੱਚ ਜਿਹੜੇ ਮਾਪਿਓ ਜਿਨ੍ਹਾਂ ਦੇ ਵਿਦਿਆਰਥੀ ਜਾਂ ਮੈਂ ਕਹਿਣਾ ਵੀ ਜਿਨ੍ਹਾਂ ਦੇ ਬੱਚੇ ਬਾਹਰ ਗਏ ਸੀ, ਜਿਨ੍ਹਾਂ ਨੂੰ ਡਿਪੋਰਟ ਕਰ ਦਿੱਤਾ ਗਿਆ, ਉਹਨਾਂ ਨੇ ਫਿਰ ਕਾਫੀ ਜਿਹੜੀ ਆਪਾਂ ਕਹਿ ਸਕਦੇ ਭੱਜਾ ਦੌੜੀ ਕਰਕੇ ਇਸ ਇਮੀਗ੍ਰੇਸ਼ਨ ਦੇ ਵਿਰੁੱਧ ਕਾਰਵਾਈ ਜ਼ਰੂਰ ਕੀਤੀ ਹੈ। ਤਾਂ ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਇਸ ਤੇ ਫੈਸਲਾ ਲਿਆ ਤੇ ਉਸਨੇ ਇਸ ਜਿਹੜੀ ਫਰਮ ਨੂੰ ਰੱਦ ਕਰ ਦਿੱਤਾ ਗਿਆ। ਸਭ ਤੋਂ ਪਹਿਲਾਂ ਉਹਨਾਂ ਨੇ ਇਸ ਫਰਮ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਤੇ ਕੁਝ ਕੁ ਸਵਾਲ ਪੁੱਛੇ ਸੀ ਵੀ ਕਿਉਂ ਉਹਨਾਂ ਨੇ ਇਸ ਵਿਅਕਤੀ ਦੇ ਨਾਲ ਜਿਹੜੀ ਧੋਖਾਧੜੀ ਕੀਤੀ ਹੈ। ਉਸ ਤੋਂ ਬਾਅਦ ਜਦੋਂ ਇਸ ਦੇ ਜਵਾਬ ਨਹੀਂ ਮਿਲੇ ਤਾਂ ਉਹਨਾਂ ਨੇ ਇਸ ਫਰਮ ਨੂੰ ਜਿਹੜਾ ਪੱਕੇ ਤੌਰ ਤੇ ਰੱਦ ਕਰ ਦਿੱਤਾ ਗਿਆ। ਉਹਨਾਂ ਨੇ ਜਿਹੜੀਆਂ ਧਾਰਾਵਾਂ ਲਾ ਕੇ ਪੱਕੇ ਤੌਰ ਤੇ ਰੱਦ ਕੀਤਾ ਤੇ ਉਹਨਾਂ ਨੇ ਕਿਹਾ ਵੀ ਜਿਹੜੀ ਫਰਮ ਕਿਸੇ ਵੀ ਵਿਅਕਤੀ ਜਾਂ ਕਿਸੇ ਵਿਦਿਆਰਥੀ ਨਾਲ ਕੁਝ ਗਲਤ ਕਰਦੀ ਹੈ ਜਾਂ ਜਿਹੜੀ ਨਿਆਂ ਨਹੀਂ ਕਰਦੀ, ਉਸ ਫਰਮ ਨੂੰ ਜਿਹੜਾ ਕਿਸੇ ਵੀ ਪੰਜਾਬ ਦੀ ਕਿਸੇ ਵੀ ਸ਼ਹਿਰ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ। ਉਹਨਾਂ ਨੇ ਇਸ ਫਰਮ ਨੂੰ ਰੱਦ ਕਰ ਦਿੱਤਾ ਗਿਆ। ਪਰ ਮਸਲਾ ਤਾਂ ਇੱਥੇ ਇਹ ਹੈ ਨਾ ਵੀ ਉਸ ਵਿਦਿਆਰਥੀਆਂ ਦਾ ਇੰਨਾ ਪੈਸਾ, ਉਸ ਬੱਚਿਆਂ ਨੂੰ ਜੋ 2-3 ਸਾਲ ਤੋਂ ਉੱਥੇ ਰਹਿ ਰਹੇ ਸੀ ਉਸ ਤੋਂ ਬਾਅਦ ਡਿਪੋਰਟ ਕਰ ਦਿੱਤਾ ਗਿਆ। ਕਾਫੀ ਜਿਹੜੀ ਖੱਜਲ ਖੁਆਰੀ ਹੋਈ ਹੈ ਤੇ ਇੱਥੇ ਲੋੜ ਆ ਸਾਡੇ ਅੱਜ ਦੀ ਪੀੜ੍ਹੀ ਨੂੰ, ਸਾਡੇ ਮਾਂ ਪਿਓ ਨੂੰ, ਮੈਂ ਹਰੇਕ ਦੀ ਗੱਲ ਕਰਦਾ ਵੀ ਉਹਨਾਂ ਨੂੰ ਲੋੜ ਆ ਵੀ ਜ਼ਰੂਰ ਜੇਕਰ ਉਹ ਬਾਹਰ ਜਾਣਾ ਚਾਹੁੰਦੇ ਆ ਤਾਂ ਆਪਦਾ ਸੁਪਨਾ ਪੂਰਾ ਕਰਨ, ਪਰ ਕਿਤੇ ਨਾ ਕਿਤੇ ਦੇਖ ਕੇ ਕਰਨ ਵੀ ਕਿਹੜੀ ਇਮੀਗ੍ਰੇਸ਼ਨ ਸਰਕਾਰੀ ਹੈ ਜਾਂ ਕਿਹੜੀ ਇਮੀਗ੍ਰੇਸ਼ਨ ਸਹੀ ਤੌਰ ਤੇ ਵੀਜ਼ੇ ਲਗਵਾ ਰਹੀ ਹੈ। ਕਿਉਂਕਿ ਆਪਾਂ ਨੂੰ ਅੱਜ ਕੱਲ੍ਹ ਦੇਖਿਆ ਨਾ ਵੀ ਹਰੇਕ ਸ਼ਹਿਰ ਦੇ ਵਿੱਚ, ਹਰੇਕ ਗਲੀ ਦੇ ਵਿੱਚ ਕੋਈ ਨਾ ਕੋਈ ਆਈਲੈਂਡ ਸੈਂਟਰ, ਕੋਈ ਨਾ ਕੋਈ ਇਮੀਗ੍ਰੇਸ਼ਨਾਂ ਖੁੱਲ੍ਹੀਆਂ ਤੇ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਕਿਹੜੇ ਸਹੀ ਨੇ ਤੇ ਕਿਹੜੇ ਗਲਤ ਨੇ। ਸੋ ਇਸ ਤੇ ਜ਼ਰੂਰ ਸਾਨੂੰ ਧਿਆਨ ਦੇਣ ਦੀ ਲੋੜ ਆ। ਜੇਕਰ ਸਾਡੇ ਭੈਣ ਭਰਾ ਬਾਹਰ ਜਾ ਰਹੇ ਨੇ ਚੰਗੀ ਗੱਲ ਹੈ, ਪਰ ਬਾਹਰ ਜਾਣ ਦੇ ਨਾਲ ਨਾਲ ਉਹਨਾਂ ਨਾਲ ਜੋ ਧੋਖਾਧੜੀਆਂ ਹੋ ਰਹੀਆਂ ਨੇ ਉਹਨਾਂ ਤੋਂ ਉਹਨਾਂ ਨੂੰ ਜ਼ਰੂਰ ਬਚਣਾ ਚਾਹੀਦਾ ਹੈ। ਜੀ, ਵਕਤ ਹੋ ਗਿਆ ਇਜਾਜ਼ਤ ਲੈਣ ਦਾ। ਤੁਸੀਂ ਸਾਡੇ ਨਾਲ ਆਪਣੀ ਸਾਂਝ ਬਣਾਈ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ। ਤੁਸੀਂ ਦੇਖ ਰਹੇ ਸੀ ਵਿਰਾਸਤ ਟੀਵੀ ਤੇ ਸਾਡਾ ਖਾਸ ਪ੍ਰੋਗਰਾਮ ਸਤਿ ਸ਼੍ਰੀ ਅਕਾਲ। ਜੇਕਰ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਤਾਂ ਵਿਰਾਸਤ ਮੀਡੀਆ ਕੈਨੇਡਾ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਹੋਰ ਬਹੁਤ ਸਾਰੀਆਂ ਅਪਡੇਟਸ ਲਈ Facebook ਪੇਜ ਫੋਲੋ ਕਰ ਸਕਦੇ ਹੋ। ਤਦ ਤੱਕ ਲਈ ਦੇਖਦੇ ਰਹੋ ਵਿਰਾਸਤ ਟੀਵੀ, ਸਾਡੀ ਵਿਰਾਸਤ ਸਾਡੀ ਪਹਿਚਾਣ।